ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਪੰਜਾਬ ਨਾਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਮੈਂ ਮਨਦੀਪ ਸਿੰਘ ਸਵਾਗਤ ਕਰਦਾ ਹਾਂ। ਤੁਹਾਨੂੰ ਪਤਾ ਹੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਉਹ ਪੱਖ ਤੁਹਾਨੂੰ ਦਿਖਾਇਆ ਜਾਂਦਾ ਹੈ ਜੋ ਅਖਬਾਰਾਂ ਤੇ ਟੀਵੀ ਚੈਨਲਾਂ ਰਾਹੀਂ ਤੁਹਾਡੇ ਤੱਕ ਨਹੀਂ ਪਹੁੰਚਦਾ। ਸੋ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਾਲ ਸਿੰਘ ਨੌਲੀ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦਾ ਹਾਂ। ਨੌਲੀ ਸਾਹਿਬ, ਪ੍ਰੋਗਰਾਮ ਪੰਜਾਬ ਨਾਓ 'ਚ ਤੁਹਾਡਾ ਸਵਾਗਤ। ਸਤਿ ਸ਼੍ਰੀ ਅਕਾਲ। ਖਬਰਾਂ ਦੇ ਉੱਪਰ ਵਿਚਾਰ ਚਰਚਾ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅਕਾਲੀ ਦਲ ਸਭ ਤੋਂ ਪੁਰਾਣੀ ਪਾਰਟੀ ਹੈ ਤੇ ਸਿੱਖਾਂ ਦੀ ਹਿਤੈਸ਼ੀ ਤੇ ਆਮ ਲੋਕਾਂ ਦੀ ਤੇ ਨਾਲ ਹੀ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਮੰਨਿਆ ਜਾਂਦਾ ਸੀਗਾ। 10 ਸਾਲ ਰਾਜ ਕੀਤਾ। ਰਾਜ ਕਰਨ ਤੋਂ ਬਾਅਦ ਜਿਹੜਾ ਹੈ ਕਈ ਨੀਤੀਆਂ ਇਹੋ ਜਿਹੀਆਂ ਬਣੀਆਂ ਜਿਸ ਤੋਂ ਬਾਅਦ ਲੋਕਾਂ ਨੇ ਜਿਹੜਾ ਹੈ ਤੀਸਰੇ ਨੰਬਰ ਦੇ ਉੱਤੇ ਸੁੱਟ ਦਿੱਤਾ ਜਾ ਕੇ। ਹਾਲਾਂਕਿ ਦਾਅਵਾ ਇਹ ਕੀਤਾ ਜਾਂਦਾ ਸੀਗਾ ਕਿ 25 ਸਾਲ ਤੱਕ ਰਾਜ ਜਿਹੜਾ ਆ ਅਕਾਲੀ ਦਲ ਕਰੇਗੀ, ਪਰ 25 ਸਾਲ ਦਾ ਸੁਪਨਾ ਜਿਹੜਾ ਆ ਉਹ 10 ਸਾਲ ਦੇ ਵਿੱਚ ਹੀ ਸਿਮਟ ਕੇ ਰਹਿ ਗਿਆ। ਤੇ ਹੁਣ ਜਿਹੜਾ ਆ ਵਿਰੋਧੀ ਧਿਰ ਦੀ ਜਿਹੜੀ ਹੈ ਭੂਮਿਕਾ ਨਿਭਾ ਰਹੀ ਹੈ। ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਹੈ ਵਿਰੋਧੀ ਧਿਰ ਦੀ ਭੂਮਿਕਾ ਹਾਲਾਂਕਿ ਆਮ ਆਦਮੀ ਪਾਰਟੀ ਦੀ ਹੈ, ਪਰ ਅਕਾਲੀ ਦਲ ਕਿਤੇ ਨਾ ਕਿਤੇ ਜਿਹੜਾ ਆ ਉਹ ਆਪਣੇ ਪਾੜੇ 'ਚ ਵੀ ਸੁੱਟਦਾ ਨਜ਼ਰ ਆ ਰਿਹਾ। ਹੁਣ ਕੱਲ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਕਾਂਗਰਸ ਪਾਰਟੀ ਨੂੰ ਘੇਰਨ ਦੇ ਲਈ ਇੱਕ ਮੁਹਿੰਮ ਵਿੱਢਣ ਦੀ ਗੱਲ ਕੀਤੀ ਗਈ ਹੈ। ਤੇ ਮੁਹਿੰਮ ਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਜਿਹੜੀ ਸਮਾਗਮ ਜਿਹੜਾ ਕੀਤਾ ਗਿਆ ਹੈ ਕਾਂਗਰਸ ਵੱਲੋਂ ਕਿਸਾਨ ਕਰਜ਼ੇ ਨੂੰ ਮਾਫੀ ਕਰਨ ਦੇ ਲਈ ਜਾਂ ਫਿਰ 31 ਜਨਵਰੀ ਤੋਂ ਪਹਿਲਾਂ ਇੱਕ ਦੂਸਰਾ ਸਮਾਗਮ ਕਰਨ ਜਾ ਰਹੀ ਹੈ, ਤਾਂ ਉਹਦਾ ਪੋਲ ਖੋਲਣ ਵਾਲੀ ਹੈ। ਇਹ ਪੋਲ ਦੇਖਾਂਗੇ ਕਾਂਗਰਸ ਦੀ ਖੁੱਲਦੀ ਹੈ ਕਿ ਜਾਂ ਅਕਾਲੀ ਦਲ ਦੀ ਹੀ ਖੁੱਲ ਜਾਂਦੀ ਹੈ ਕਿ ਜੋ ਤੁਸੀਂ 10 ਸਾਲ ਦੇ ਵਿੱਚ ਕੀਤਾ ਹੈ ਉਹਦੀ ਪੋਲ ਖੋਲਦੀ ਹੈ। ਸੋ ਵਿਚਾਰ ਚਰਚਾ ਕਰਦੇ ਹਾਂ। ਨੌਲੀ ਸਾਹਿਬ, ਪੋਲ ਖੋਲਣ ਦੀ ਗੱਲ ਕਰ ਰਹੀ ਹੈ ਅਕਾਲੀ ਦਲ, ਇਹ ਪੋਲ ਲੱਗਦਾ ਇਹਨਾਂ ਦੀ ਕਿਤੇ ਆਪ ਨਾ ਖੁੱਲ ਜਾਵੇ ਜੋ ਇਹਨਾਂ ਦੱਸ। ਬਿਲਕੁਲ ਜੀ, ਇਹ ਜਿਹੜੀ ਗੱਲ ਕੋਰ ਕਮੇਟੀ ਨੇ ਕੀਤੀ ਹੈਗੀ ਆ ਜੀ, ਪੋਲ ਇਹਨਾਂ ਦੀ ਹੀ ਖੁੱਲਣੀ ਆ ਜੀ। 10 ਸਾਲਾਂ ਚਲੋ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕਰਜ਼ਾ ਮਾਫੀ ਦਾ ਸਮਾਗਮ ਕੀਤਾ ਹੈਗਾ ਜੀ, ਕਰਜ਼ਾ ਭਾਵੇਂ ਥੋੜਾ ਮਾਫ ਹੋਇਆ ਹੈਗਾ। ਸ਼ੁਰੂਆਤ ਜੇ ਆਪਾਂ ਕਿਲੋ ਵੀ ਨਾ ਹੋਣ ਨਾਲੋਂ ਕੁਛ ਤਾਂ ਕੀਤਾ ਉਹਨਾਂ ਨੇ ਜੀ, ਪਰ ਇਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਕਿ 10 ਸਾਲਾਂ 'ਚ ਇਹਨਾਂ ਨੇ ਕੀ ਕੀਤਾ। ਸ਼੍ਰੋਮਣੀ ਅਕਾਲੀ ਦਲ ਆਮ ਤੌਰ 'ਤੇ ਯਾਨੀ ਕਿ ਖਾਸ ਤੌਰ 'ਤੇ ਵੀ ਪੰਜਾਬੀਆਂ ਦੀ ਤੇ ਖਾਸ ਕਰਕੇ ਸਿੱਖਾਂ ਦੀ ਨੁਮਾਇੰਦਾ ਜਮਾਤ, ਸਿੱਖਾਂ ਵਿੱਚੋਂ ਵੀ ਇੱਕ ਕਿਸਾਨਾਂ ਦੀ ਪਾਰਟੀ ਮੰਨਿਆ ਜਾਂਦਾ। ਇਹ ਜਿਹੜੇ ਇਹਨਾਂ ਦੀ ਇੰਟਰਨਲ ਯਾਨੀ ਕਿ ਪੋਲਿਟਿਕਸ ਹੈ ਉਹ ਸਾਰੀ ਕਿਸਾਨੀ ਦੇ ਉੱਤੇ ਯਾਨੀ ਕਿ ਕਰਦੇ ਆ ਤੇ ਸ਼ਰੇਆਮ ਉਸ ਹਿਸਾਬ ਨਾਲ ਕਹਿੰਦੇ ਵੀ ਦਾਅਵੇ ਵੀ ਕਰਦੇ ਆ। ਹੁਣ ਜਿਹੜਾ ਇਹਨਾਂ ਨੇ ਅਨਾਊਂਸ ਕੀਤਾ ਵੀ ਅਸੀਂ ਪੋਲ ਖੋਲ ਰੈਲੀਆਂ ਕਰਨੀਆਂ, ਇਹ ਵੀ ਕੈਪਟਨ ਸਰਕਾਰ ਨੇ ਜਿਹੜਾ ਸੁਖਬੀਰ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਕੀਤੀ ਹੈ ਵੀ 90,000 ਕਰੋੜ ਰੁਪਈਆ ਜਿਹੜਾ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ ਕਰਨਾ, ਇਹ 700 ਕਰੋੜ ਹੀ ਕੀਤਾ ਜਾ ਰਿਹਾ। ਉਹਦੇ ਵਿੱਚ ਇਹ ਪੋਲ ਖੋਲ੍ਹਣ ਜਾ ਰਿਹਾ ਤੇ 10 ਸਾਲਾਂ ਦੇ ਵਿੱਚ ਇਹ ਦੱਸਣ, ਲੋਕ ਪੁੱਛਣਗੇ, ਕਿਸਾਨ ਵੀ ਪੁੱਛਣਗੇ ਵੀ ਕਿੰਨੇ ਕਿਸਾਨਾਂ ਨੇ ਖੁਦਕੁਸ਼ੀ ਤੁਹਾਡੇ ਰਾਜ ਵਿੱਚ ਕੀਤੀ ਜੀ ਤੇ ਕਿੰਨਾ ਤੁਸੀਂ ਕਰਜ਼ਾ ਮਾਫ ਕੀਤਾ। ਇਹ ਇੱਕ ਵੱਡਾ ਸਵਾਲ ਇਹਨਾਂ ਦੇ ਮੂਹਰੇ ਵੱਡੀ ਚੁਣੌਤੀ ਬਣ ਕੇ ਉੱਭਰਨਾ। ਤੇ ਜਿਹੜੀ ਪੋਲ ਆ ਉਹ ਅਕਾਲੀ ਦਲ ਦੀ ਹੀ ਖੁੱਲ੍ਹਣੀ ਆ। ਕਾਂਗਰਸ ਨੇ ਯਤਨ ਕੀਤੇ ਆ, ਹਾਲਾਂਕਿ ਉਹ ਵੱਡੇ ਤਾਂ ਨਹੀਂ ਯਤਨ, ਪਰ ਛੋਟਾ ਕਦਮ ਵੀ ਪੰਮ ਪੁੱਟਿਆ ਹੈਗਾ, ਉਹ ਹਜੇ ਠੀਕ ਹੈਗਾ। ਪਰ ਇਹਦੇ ਵਿੱਚ ਅਕਾਲੀ ਦਲ ਪੂਰੀ ਤਰ੍ਹਾਂ ਘਿਰ ਜਾਣਾ ਜੀ। ਅਕਾਲੀ ਦਲ ਵਾਕਈ ਹੀ ਘਿਰ ਜਾਣਾ ਕਿਉਂਕਿ ਕਰਜ਼ਾ ਮੁਆਫੀ ਦੀ ਗੱਲ ਕਰਦੇ ਆ, ਇਹ ਦੇਖਣ ਕਰਜ਼ਾ ਚੜਿਆ ਕਦੋਂ ਹੈ। ਹਾਂ ਬਿਲਕੁਲ, ਜਿਹੜਾ ਦੇਖੋ ਇਹਨਾਂ ਦੀ ਸਰਕਾਰ ਜਿਹੜੀ ਜੇ ਆਪਾਂ ਲਾ ਲਈਏ ਆਪਣੇ 92 ਤੋਂ ਵੀ ਲੈ ਕੇ ਜੀ ਹੁਣ ਤੱਕ ਸਭ ਤੋਂ ਵੱਧ ਸਮਾਂ ਜਿਹੜਾ ਕਾਂਗਰਸ ਦੀਆਂ ਜਾਣੀ ਕਿ ਜਿਹੜੀਆਂ ਸਰਕਾਰਾਂ ਰਹੀਆਂ ਜਦੋਂ ਤੋਂ ਜਾਣੀ ਕਿ ਕਰਜ਼ਾ ਕਿਸਾਨਾਂ ਸਿਰ ਜ਼ਿਆਦਾ ਚੜਿਆ 97 ਤੋਂ ਲੈ ਕੇ ਹੁਣ ਤੱਕ 3 ਸਰਕਾਰਾਂ ਜਿਹੜੀਆਂ ਉਹ ਆਪਣੇ ਅਕਾਲੀ ਦਲ ਦੀਆਂ ਰਹੀਆਂ ਜੀ, ਤੇ ਇੱਕ ਕੈਪਟਨ ਦੀ ਰਹੀ ਤੇ ਦੂਜੀ ਕੈਪਟਨ ਦੀ ਚੱਲ ਰਹੀ ਹਜੇ, ਉਹਨੂੰ 10 ਮਹੀਨੇ ਹੋਏ ਆ। ਤੇ 15 ਸਾਲ ਇਹਨਾਂ ਨੇ ਰਾਜ ਕੀਤਾ ਪੰਜਾਬ ਤੇ 15 ਸਾਲਾਂ 'ਚ ਦੱਸਣ ਵੀ ਇਨੀ ਕਿਸਾਨਾਂ ਕਿਹੜੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜੀ। ਕੋਈ ਇੱਕ ਵੀ ਕਿਸਾਨ ਦੀ ਬਾਂਹ ਖੜੀ ਕਰਾ ਕੇ ਉੱਥੇ ਜਲਸੇ 'ਚ ਕਹਿ ਦੇਣ ਵੀ ਆਹ ਕਿਸਾਨ ਦਾ ਕਰਜ਼ਾ ਅਕਾਲੀ ਦਲ ਵੇਲੇ ਜਾਣੀ ਕਿ ਰਾਜ ਵੇਲੇ ਮਾਫ ਹੋਇਆ ਸੀ ਜੀ। ਤੇ ਉਹ ਵੀ ਦੱਸਣ ਅੰਕੜੇ ਵੀ ਅਕਾਲੀ ਦਲ ਦੇ ਰਾਜ ਸਮੇਂ ਕਿੰਨੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਸੀ ਤੇ ਕਿਹਦੇ ਘਰ ਵੱਡਾ ਤੇ ਛੋਟਾ ਬਦਲ ਗਿਆ ਸੀ ਜੀ। ਵਾਕਈ ਇਹ ਗੱਲ ਜਿਹੜੀ ਆ ਲੋਕਾਂ ਨੇ ਇਹਨਾਂ ਨੂੰ ਪੁੱਛਣੀ ਹੈ ਰੈਲੀਆਂ ਦੇ ਵਿੱਚ, ਜਦੋਂ ਰੋਲ ਰੈਲੀ ਦੀ ਆਖਦੇ ਆ ਕਿ ਪੋਲ ਖੋਲਣ ਜਿਹੜੀ ਰੈਲੀ ਚਲਾਉਣੀ ਹੈ ਜਾਂ ਜਿਹੜੀ ਮੁਹਿੰਮ ਵਿੱਢਣੀ ਹੈ, ਉਹ ਜਿਹੜੀ ਹੈ ਕਿਤੇ ਨਾ ਕਿਤੇ ਆਪ ਦੀ ਪੋਲ ਖੋਲਣੀ ਹੈ ਕਿ ਭਾਈ ਤੁਸੀਂ 10 ਸਾਲਾਂ ਦੇ ਵਿੱਚ ਕੀ ਕੀਤਾ ਸੀਗਾ। ਕਰਜ਼ਾ ਜਿਹੜਾ ਚੜਿਆ
ਜੋ ਹੁਣ ਕੈਪਟਨ ਸਰਕਾਰ ਦਾਵਾ ਕਰ ਰਹੀ ਹੈ ਕਿ ਅਸੀਂ ਮਾਫ ਕਰ ਰਹੇ ਹਾਂ, ਚੜਿਆ ਵੀ ਤਾਂ ਤੁਹਾਡੀ ਹੀ ਸਰਕਾਰ ਵੇਲੇ ਆ, ਤੁਸੀਂ ਉਦੋਂ ਕਿਉਂ ਨਹੀਂ ਮਾਫ ਕੀਤਾ? ਹਾਲਾਂਕਿ ਇਹ ਕਹਿੰਦੇ ਆ ਕਿ ਖਜ਼ਾਨੇ ਭਰੇ ਆ, ਕੈਪਟਨ ਅਮਰਿੰਦਰ ਸਿੰਘ ਹੋਣੀ ਝੂਠ ਮਾਰ ਰਹੇ ਆ ਕਿ ਪੰਜਾਬ ਦੇ ਖਜ਼ਾਨੇ ਜਿਹੜੇ ਖਾਲੀ ਆ। ਤਾਂ ਤੁਸੀਂ ਜਦੋਂ ਭਰੇ ਸੀਗੇ ਉਦੋਂ ਕਿਉਂ ਨਹੀਂ ਉਹਨਾਂ ਖਜ਼ਾਨਿਆਂ ਦੇ ਵਿੱਚੋਂ ਪੈਸੇ ਕੱਢ ਕੇ ਕਿਸਾਨਾਂ ਨੂੰ ਦਿੱਤੇ? ਉਸ ਸਮੇਂ ਵੀ ਜਿਹੜਾ ਹੈ ਕਿਸਾਨੀ ਖੁਦਕੁਸ਼ੀ ਏਦੀ ਹੀ ਕੀਤੀ ਜਾ ਰਹੀ ਸੀ, ਪਰ ਹੁਣ ਇਹ ਜਿਹੜੇ ਆ ਲੋਕਾਂ ਦੇ ਹਿਤੈਸ਼ੀ ਬਣ ਰਹੇ ਆ। ਮਨਦੀਪ ਜੀ, ਇਹ ਜਿਹਦੀ ਕਰਜ਼ੇ ਦੀ ਗੱਲ 'ਚ ਇੱਕ ਮੈਂ ਹੋਰ ਵਾਧਾ ਕਦਮ ਆ ਵੀ ਇਹ ਕਹਿੰਦੇ ਵੀ 90,000 ਕਰੋੜ ਦਾ ਵਾਅਦਾ ਕੀਤਾ ਸੀ ਜੀ। ਹੁਣ ਪਤਾ ਇਹਨਾਂ ਨੂੰ ਵੀ ਆ, ਪੰਜਾਬ ਦੇ ਸਾਰੇ ਲੋਕਾਂ ਨੂੰ ਪਤਾ ਕਿ ਜਿਹੜੀ ਸੂਬੇ ਦੀ ਆਰਥਿਕ ਸਥਿਤੀ ਆ ਉਹ ਕਿੰਨੀ ਖਰਾਬ ਆ ਜੀ। ਕੈਪਟਨ ਅਮਰਿੰਦਰ ਸਿੰਘ ਜਦੋਂ ਪਹਿਲਾਂ ਵੀ ਵਿਰੋਧੀ ਧਿਰ ਦੇ ਵਿੱਚ ਸੀਗੇ, ਉਹ ਇਹ ਗੱਲ ਕਹਿੰਦੇ ਸੀਗੇ ਵੀ ਸੂਬੇ ਵਿੱਚ ਆਰਥਿਕ ਐਮਰਜੈਂਸੀ ਜਿਹੜੀ ਆ ਉਹ ਲੱਗਣੀ ਚਾਹੀਦੀ ਆ ਕਿਉਂਕਿ ਹਾਲਾਤ ਬੜੇ ਖਰਾਬ ਆ। 90,000 ਕਰੋੜ ਦਾ ਪ੍ਰਬੰਧ ਕਰਨਾ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ, ਚਾਹੇ ਕੇਂਦਰ ਹੋਵੇ ਚਾਹੇ ਸੂਬਾ ਸਰਕਾਰ ਹੋਵੇ। ਤੇ ਹੁਣ 700 ਕਰੋੜ ਦਾ ਇਹ ਨਹੀਂ ਕੀਤਾ ਗਿਆ, ਹਾਲਾਂਕਿ ਉਹ ਵੀ ਘੱਟ ਹੈਗਾ। ਕਿ ਪਿਛਲੇ ਬਜਟ ਵਿੱਚ ਜਿਹੜਾ ਉਹ 'ਚ 1500 ਕਰੋੜ ਦਾ ਇਹਨਾਂ ਨੇ ਕੀਤਾ ਸੀ ਦਾਵਾ, ਉਹਦੇ ਨੇੜੇ ਤੇੜੇ ਵੀ ਉਹਦੇ ਨਹੀਂ ਪਹੁੰਚਾ ਹਜੇ ਉਹ। ਪਰ ਉਹ ਜਿਹੜਾ 90,000 ਕਰੋੜ ਆ ਉਹ ਇੱਕਦਮ ਤਾਂ ਨਹੀਂ ਹੋਣਾ। ਇਹ ਤਾਂ ਗੱਲ ਸਾਰਿਆਂ ਨੂੰ ਸਵੀਕਾਰ ਕਰਨੀ ਚਾਹੀਦੀ ਵੀ ਕਰਜ਼ਾ ਇੱਕਦਮ ਮਾਫ ਨਹੀਂ ਕੀਤਾ ਜਾ ਸਕਦਾ ਜੀ, ਪਰ ਉਹਦੇ ਜਿਹੜੇ ਪ੍ਰਬੰਧ ਆ ਉਹ ਸੈਂਟਰ ਦੀ ਬਾਂਹ ਫੜੇ ਬਿਨਾਂ ਪੰਜਾਬ ਦਾ ਕਰਜ਼ਾ ਮਾਫ ਨਹੀਂ ਹੋਣਾ, ਉਹ 'ਚ ਮੁਸ਼ਕਲਾਂ ਆਉਣਗੀਆਂ। ਪਰ ਜਿਹੜਾ ਇਹ ਕਹਿੰਦੇ ਵੀ 90,000 ਕਰੋੜ ਦਾ ਮਾਫ ਨਹੀਂ ਕੀਤਾ, ਇਹਨਾਂ ਨੇ ਉਹਦੇ ਵਿੱਚੋਂ ਕਿੰਨਾ ਕੀਤਾ ਲੋਕ, ਇਹ ਵੱਡਾ ਸਵਾਲ ਹੈਗਾ ਜੀ ਕਿ 15 ਸਾਲਾਂ ਦੇ ਰਾਜ ਵਿੱਚ 97 ਤੋਂ ਲੈ ਕੇ 2002 ਤੱਕ ਤੇ 2007 ਤੋਂ ਲੈ ਕੇ 12 ਤੱਕ ਜੀ ਵੀ ਇਹਨਾਂ ਨੇ ਕੀ ਕੀਤਾ ਜੀ ਆਪਣੇ 17 ਤੱਕ। ਦੋ ਟਰਮਾਂ ਜਿਹੜੀਆਂ ਲਗਾਤਾਰ ਹੁਣ ਰਹਿ ਜਾਣਗੀਆਂ, ਉਹਦੇ ਵਿੱਚ ਤਾਂ ਇੰਨੀ ਇੱਕ ਧੇਲਾ ਵੀ ਮਾਫ ਨਹੀਂ ਕਿਸਾਨਾਂ ਦਾ ਕੀਤਾ। ਤੇ ਫਿਰ ਜਿਹੜਾ ਦਾਵਾ ਕਰਦੇ ਆ ਵੀ ਖਜ਼ਾਨਾ ਖਾਲੀ ਆ, ਤੇ ਉਹ ਜਿੱਦਾਂ ਵਿੱਤ ਮੰਤਰੀ ਕਹਿ ਰਿਹਾ ਵੀ ਅਸੀਂ ਵਾਈਟ ਪੇਪਰ ਜਾਰੀ ਕਰਾਂਗੇ ਤੇ ਇਹਨਾਂ ਦੀ ਪੋਲ ਉਦੋਂ ਵੀ ਖੁੱਲ ਜਾਣੀ ਆ ਜੀ ਵੀ ਕਿਹੜੇ ਕਿਹੜੇ ਫੰਡ ਕੇਂਦਰ ਦੇ ਆਉਂਦੇ ਸੀਗੇ ਤੇ ਇਹੋ ਦੂਜੇ ਪਾਸੇ ਖਰਚ ਕੇ ਆਪਣਾ ਬੁੱਤਾ ਸਾਰਦੇ ਸੀ। ਇੱਥੋਂ ਤੱਕ ਵੀ ਲੋਨ ਇਸ ਗੱਲ ਹੀ ਲਿਆ ਜਾਂਦਾ ਸੀ ਤਾਂ ਕਿ ਜਿਹੜਾ ਮੈਚਿੰਗ ਗ੍ਰਾਂਟ ਆ ਕੇਂਦਰ ਦੇ ਪੈਸੇ ਲੈਣ ਦੇ ਲਈ ਉਹ ਦਿੱਤੇ ਜਾ ਸਕਣ, ਜਾਣੀ ਉਹ ਵੀ ਕਰਜ਼ਾ ਲੈ ਕੇ ਇਹ ਕਰਦੇ ਸੀਗੇ ਜਾਣੀ। ਤੇ ਪੋਲ ਤਾਂ ਹਰ ਗੱਲ 'ਚ ਇਹਨਾਂ ਦੀ ਖੁੱਲਣੀ, ਜਾਣੀ ਇੱਕ 'ਚ ਨਹੀਂ ਖੁੱਲਣੀ, ਵੱਖ-ਵੱਖ ਮਹਿਕਮਿਆਂ 'ਚ ਖੁੱਲਣੀ ਵੀ ਕਿੱਦਾਂ ਉਹਨਾਂ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਤਨਖਾਹ ਨਹੀਂ ਦੇ ਸਕੇ, ਉਹ ਪੈਸੇ ਕਿੱਥੇ ਜਾਂਦੇ ਸੀ। ਉਹ ਸਾਰੇ ਪੈਸੇ ਇਹਨਾਂ ਨੇ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਵਾਸਤੇ ਖਰਚੇ ਆ ਤੇ ਉਹਦੀ ਹੁਣ ਪੋਲ ਖੁੱਲਣੀ ਹੈ। ਵਾਕਈ ਖਜ਼ਾਨਾ ਜਿਹੜਾ ਖਾਲੀ ਹੋਇਆ ਜਾਂ ਉਹਦੇ ਉੱਪਰ ਬੋਝ ਪਿਆ ਆ, ਉਹ ਵੀ ਲੋਕ ਇਹਨਾਂ ਕੋਲ ਪੁੱਛਣਗੇ ਕਿ 10 ਸਾਲ ਵੇਲੇ ਜਿਹੜੀਆਂ ਚੀਜ਼ਾਂ ਤੁਸੀਂ ਗਿਰਵੀ ਰੱਖੀਆਂ ਨੇ, ਜੋ ਤੁਸੀਂ ਵਿਆਜੀ ਚਾੜੀਆਂ ਨੇ, ਉਹਨਾਂ ਦਾ ਕੀ ਬਣੂਗਾ? ਉਹ ਵੀ ਲੋਕਾਂ ਨੇ ਜਿਹੜੇ ਆ ਸਵਾਲ ਜਿਹੜੇ ਇਹਨਾਂ ਕੋਲ ਪੁੱਛਣੇ ਆ। ਸੋ ਅਸੀਂ ਇੰਤਜ਼ਾਰ ਜਿਹੜਾ ਬੇਸਬਰੀ ਦੇ ਨਾਲ ਕਰ ਰਹੇ ਹਾਂ ਕਿ ਪੋਲ ਕਾਂਗਰਸ ਦੀ ਖੋਲਣ ਜਾ ਰਹੇ ਆ। ਕਿਤੇ ਨਾ ਕਿਤੇ ਲੱਗਦਾ ਹੈ ਕਿ ਹੁਣ ਅਕਾਲੀ ਦਲ ਦੀ ਆਪਣੀ ਵੀ ਪੋਲ ਜਿਹੜੀ ਆ ਉਹ ਖੁੱਲ ਜਾਵੇਗੀ। ਕੱਲ ਮੀਟਿੰਗ ਦੇ ਵਿੱਚ ਇੱਕ ਹੋਰ ਜਿਹੜਾ ਅਹਿਮ ਫੈਸਲਾ ਇਹਨਾਂ ਨੇ ਕੀਤਾ ਹੈ ਕਿ ਪਾਰਟੀ ਦੇ ਵਿੱਚ ਜਿਹੜੇ ਆ ਸਿਰਫ ਸਿੱਖੀ ਸਰੂਪ ਵਿਅਕਤੀ ਹੀ ਰਹਿਣਗੇ। ਕਿਸ ਤਰ੍ਹਾਂ ਦੇਖਦੇ ਮਨਦੀਪ ਜੀ, ਇਹ ਗੱਲ ਜਾਨੀ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਮੂੰਹੋਂ ਬੜੀ ਹਾਸੋਹੀਣੀ ਲੱਗਦੀ ਜੀ। ਇਹ ਗੱਲ ਹੁਣ ਦੀ ਨਹੀਂ ਹੈਗੀ, ਇਹਨਾਂ ਦੇ ਜਦੋਂ ਪਿਤਾ ਜੀ ਪ੍ਰਕਾਸ਼ ਸਿੰਘ ਬਾਦਲ ਵੀ ਪ੍ਰਧਾਨ ਰਹੇ ਜਾਂ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ, ਫਿਰ ਅਕਾਲੀ ਦਲ ਨੂੰ ਬਾਦਲਾਂ ਵੇਲੇ ਸਿੱਖੀ ਵੀ ਯਾਦ ਆਉਂਦੀ ਆ ਤੇ ਪੰਥ ਵੀ ਯਾਦ ਆਉਂਦਾ ਜੀ। ਜਦੋਂ ਸੱਤਾ 'ਚ ਹੁੰਦੇ ਆ ਉਦੋਂ ਨਾ ਇਹਨਾਂ ਨੂੰ ਕੋਲ ਨਾ ਸਿੱਖੀ ਯਾਦ ਰਹਿੰਦੀ ਆ ਤੇ ਨਾ ਇਹਨਾਂ ਨੂੰ ਪੰਥ ਯਾਦ ਰਹਿੰਦਾ ਜੀ। ਇਹ ਸੁਖਬੀਰ ਸਿੰਘ ਬਾਦਲ ਨੇ ਹੀ ਪ੍ਰਧਾਨ ਹੁੰਦਿਆਂ ਹੋਇਆ ਜਿਹੜਾ ਮੋਹਾਲੀ ਦਾ NK ਸ਼ਰਮਾ ਪ੍ਰਧਾਨ ਬਣਾਇਆ ਜੀ, ਉਹਨੂੰ ਹੁਣ ਦੋਨਾਂ ਜ਼ਿਲ੍ਹਿਆਂ ਦਾ ਪ੍ਰਧਾਨ ਬਣਾਤਾ, ਦਿਹਾਤੀ ਦਾ ਵੀ ਤੇ ਸ਼ਹਿਰੀ ਦਾ ਵੀ ਜੀ। ਤੇ ਦਿਹਾਤੀ ਦਾ ਪ੍ਰਧਾਨ ਟਕਸਾਲੀ ਅਕਾਲੀ ਆਗੂ ਜਿਹੜਾ ਸੀ ਉਹਨੂੰ ਲਾ ਕੇ ਉਹਨੂੰ ਬਣਾਇਆ ਦੋਨਾਂ ਜ਼ਿਲ੍ਹਿਆਂ ਦਾ। ਦੱਸੋ ਉਹ ਕਿਹੜਾ ਸਿੱਖੀ ਦਾ ਚਿਹਰਾ ਮੋਹਰਾ ਹੈਗਾ? ਉਹ ਕਿੱਡਾ ਵੱਡਾ ਕਾਰੋਬਾਰੀ ਹੈਗਾ ਜੀ। ਤੇ ਫਿਰ ਸ਼ਰਾਬ ਦੇ ਜਿਹੜੇ ਠੇਕੇਦਾਰ ਵੱਡੇ ਕਾਰੋਬਾਰੀ ਸੀ ਮਾਲਵੇ ਦੇ ਵਿੱਚ, ਇਹਨਾਂ ਨੇ ਉਹ ਮੋਹਰੇ ਰੱਖੇ ਜਾਣਗੇ। ਹੁਣ ਸਿੱਖੀ ਇਹਨਾਂ ਨੂੰ ਉਦੋਂ ਯਾਦ ਆਉਂਦੀ ਜਦੋਂ ਸੱਤਾ ਤੋਂ ਬਾਹਰ ਹੁੰਦੇ ਜੀ, ਪਹਿਲਾਂ ਇਹਨਾਂ ਨੂੰ ਕੋਈ ਸਿੱਖੀ ਚੇਤੇ ਨਹੀਂ ਆਉਂਦੀ। ਤੇ ਇਹ ਗੱਲ ਇਹਨਾਂ ਦੇ ਖਾਤੇ ਆ ਹੁਣ ਜਦੋਂ ਨਹੀਂ ਮਨਾ ਕੇ ਹਟੇ ਆ ਆਪਣੇ ਸ਼੍ਰੋਮਣੀ ਅਕਾਲੀ ਦਲ ਦਾ 97ਵਾਂ ਵਰ੍ਹੇਗੰਢ ਜੀ 1920 ਚ ਬਣਿਆ ਸੀ, 14 ਦਸੰਬਰ 1920 ਨੂੰ ਅਕਾਲੀ ਦਲ ਦੀ ਸਥਾਪਨਾ ਹੋਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਉੱਥੇ ਹਜ਼ੂਰੀ ਕੈਂਪਸ ਵਿੱਚ। ਹੁਣ ਸੁਖਬੀਰ ਬਾਦਲ ਨੇ ਐਲਾਨ ਉਦੋਂ ਵੀ ਕੀਤਾ ਸੀ ਕਿ ਅਸੀਂ ਆਪਣਾ ਦਫ਼ਤਰ ਜਿਹੜਾ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਲੈ ਆਵਾਂਗੇ ਜੀ। ਫਿਰ ਚੰਡੀਗੜ੍ਹ ਕੌਣ ਲੈ ਕੇ ਗਿਆ ਇਹ? ਚੰਡੀਗੜ੍ਹ ਦਫ਼ਤਰ ਜਾਣ ਨਾਲ ਸਿੱਖੀ ਪਛਾਣ ਨੂੰ ਤਾਂ ਉਦਾਂ ਹੀ ਖੋਰਾ ਲੱਗ ਗਿਆ ਜੀ।
ਜਦੋਂ ਤੁਸੀਂ ਉੱਥੇ ਉਦਾਂ ਦੇ ਕਾਰੋਬਾਰੀਆਂ ਨੇ ਆਉਣਾ, ਤੁਹਾਡਾ ਉਦਾਂ ਦਾ ਚਿਹਰਾ ਮੋਹਰਾ, ਉਦਾਂ ਦੀ ਤੁਹਾਡੀ ਪਛਾਣ ਬਣਨੀ ਆ। ਜਿਹੜੀ ਸਿੱਖ ਪਛਾਣ ਨੂੰ ਖੋਰਾ ਲਾਇਆ ਸ਼੍ਰੋਮਣੀ ਅਕਾਲੀ ਦਲ ਨੇ ਬਾਦਲਾਂ ਦੀ ਅਗਵਾਈ ਹੇਠ, ਉਹ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਕੈਂਪਸ ਵਿੱਚੋਂ ਇਨੀ ਦਫ਼ਤਰ ਉੱਥੇ 1996 ਚ ਚੰਡੀਗੜ੍ਹ ਲੈ ਗਏ। ਹੁਣ ਤਾਂ ਬਕਾਇਦਾ ਉੱਥੇ ਆਲੀਸ਼ਾਨ ਦਫ਼ਤਰ ਬਣਾਇਆ ਹੋਇਆ, ਤੇ ਉਹ ਦਫ਼ਤਰ ਉੱਥੇ ਇਹਨਾਂ ਨੂੰ ਹੁਣ ਕਿਉਂ ਯਾਦ ਆਈ? 10 ਸਾਲ ਸੱਤਾ 'ਚ ਰਹੇ, ਉੱਥੇ ਹੀ ਸਾਰੀਆਂ ਸਰਗਰਮੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਹੁੰਦੀਆਂ ਰਹੀਆਂ, ਪਰ ਇਹਨਾਂ ਨੂੰ ਇਹ ਗੱਲ ਮਹਿਸੂਸ ਹੋਈ ਵੀ ਸਿੱਖ ਜਿਹੜੇ ਆ ਪੰਜਾਬ 'ਚ, ਜਿਹੜੇ ਸਮਝ ਵਾਲੇ ਸਿੱਖ ਆ, ਉਹ ਇਹਨਾਂ ਤੋਂ ਟੁੱਟ ਚੁੱਕੇ ਆ। ਉਹ ਹੁਣ ਇਹਨਾਂ ਤੇ ਭਰੋਸਾ ਨਹੀਂ ਕਰਦੇ ਪਿਓ ਪੁੱਤਾਂ ਤੇ, ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਵੀ ਸੱਤਾ 'ਚ ਜਦੋਂ ਹੁੰਦੇ ਆ ਉਦੋਂ ਨਾ ਸਿੱਖਾਂ ਦੀ ਇਹਨਾਂ ਨੂੰ ਯਾਦ ਹੁੰਦੀ ਆ, ਨਾ ਇਹਨਾਂ ਨੂੰ ਪੰਥ ਦੀ ਯਾਦ ਆਉਂਦੀ ਆ, ਨਾ ਕਿਸਾਨੀ ਦੀ ਯਾਦ ਆਉਂਦੀ ਆ। ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਫਿਰ ਸਾਰਾ ਕੁਝ ਪੰਥ ਵੀ ਖਤਰੇ 'ਚ ਆ, ਸਿੱਕੀ ਵੀ ਖਤਰੇ 'ਚ ਆ, ਤੇ ਇਹਨਾਂ ਨੂੰ ਕਿਸਾਨਾਂ ਦਾ ਹੇਜ ਵੀ ਆਉਂਦਾ। ਸਾਰਾ ਕੁਝ ਹੀ ਫਿਰ ਜਿਹੜਾ ਆ ਉਹ ਲੱਗਦਾ ਕਿ ਖਤਰੇ 'ਚ ਆ ਗਿਆ। ਹੁਣ ਸਾਂਭਣ ਵਾਲੇ ਵੀ ਅਸੀਂ ਹੀ, ਹੋਰ ਕੋਈ ਸਾਂਭ ਵੀ ਨਹੀਂ ਸਕਦਾ। ਸੋ ਇਹ ਚੰਗੀ ਗੱਲ ਹੈ ਕਿ ਸਿੱਖੀ ਦੀ ਜਿਹੜੀ ਯਾਦ ਆਈ ਆ, ਚਲੋ ਦੇਰ ਆਏ ਦਰੁਸਤ ਆਏ ਕਹਿੰਦੇ ਹੁੰਦੇ ਆ, ਪਰ ਜਿਹੜੀ ਅੰਦਰਲੀ ਸਿੱਖੀ ਇਹਨਾਂ ਦੀ ਮਰ ਚੁੱਕੀ ਆ, ਉਹ ਕਦੋਂ ਇਹਨਾਂ ਨੇ ਜਗਾਉਣੀ? ਬਿਲਕੁਲ ਜੀ, ਜਿੱਦਾਂ ਹੁਣ ਜਿਹੜੀ ਕੱਲ ਸਾਰੀ ਉੱਥੇ ਗੱਲਬਾਤ ਹੋਈ, ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਵੀ ਕਰਦਿਆਂ ਕਿਹਾ ਇਹਨਾਂ ਨੇ ਕਿ ਬੇਅਦਬੀ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ, ਉਹਦੀ ਜਿਹੜੀ ਜਾਂਚ ਆ ਉਹ ਸੁਪਰੀਮ ਕੋਰਟ ਦੇ ਜੱਜ ਤੋਂ ਕਰਾਈ ਜਾਵੇ। ਇਹਨਾਂ ਨੂੰ ਇਹ ਦੱਸਣ ਇਹੋ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਕਿ ਤੁਹਾਡਾ ਜਿਹੜਾ ਰਾਜ ਸੀ, ਜਦੋਂ 1.5 ਸਾਲ ਯਾਨੀ ਕਿ ਤੁਸੀਂ ਬੇਅਦਬੀ ਤੋਂ ਬਾਅਦ ਰਾਜ ਕੀਤਾ, ਉਦੋਂ ਤੁਸੀਂ ਸੁਪਰੀਮ ਕੋਰਟ ਦੇ ਜੱਜ ਨੂੰ ਕਿਉਂ ਨਹੀਂ ਕੀਤਾ ਇਹੋ ਫੈਸਲਾ ਦਿੱਤਾ ਬਈ ਸੁਪਰੀਮ ਕੋਰਟ ਦੇ ਜੱਜ ਤੋਂ ਕਰਾਇਆ ਜਾਵੇ? ਜਿਹੜਾ ਇਹਨਾਂ ਨੇ ਜਸਟਿਸ ਆਪਣੇ ਜੋਰਾ ਸਿੰਘ ਦੀ ਅਗਵਾਈ ਹੇਠ ਜਾਣੀ ਕਿ ਜਿਹੜਾ ਕਮਿਸ਼ਨ ਬਣਾਇਆ ਸੀ ਜਾਂਚ ਦਾ, ਉਹਦੇ ਕੋਲ ਤਾਂ ਇਹ ਜਾਂਚ ਦੀ ਰਿਪੋਰਟ ਲੈਣ ਲਈ ਤਿਆਰ ਨਹੀਂ ਸੀ। ਉਹ ਕਿੰਨੀ ਉਹਦੀ ਬੇਅਦਬੀ ਕੀਤੀ ਗਈ, ਉਹ ਜਾਂਚ ਦੀ ਰਿਪੋਰਟ ਲੈ ਕੇ ਬਾਹਰ ਬੈਠਾ ਰਿਹਾ, ਤੇ ਕੋਈ ਜਾਣੀ ਕਿ ਸੀਨੀਅਰ ਅਧਿਕਾਰੀ ਜਿਹੜਾ ਉਸ ਲੈਵਲ ਦਾ, ਜਿੱਦਾਂ ਦੀ, ਜੇ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਭ ਤੋਂ ਵੱਡਾ ਜਾਣੀ ਕਿ ਮਸਲਾ ਸੀ, ਸਭ ਤੋਂ ਵੱਡਾ ਮਸਲਾ, ਤੇ ਇਹ ਸਿੱਖਾਂ ਦੇ ਲਈ ਜਾਂ ਸਾਰਿਆਂ ਦੇ ਲਈ ਇਹ ਵੱਡਾ ਮਸਲਾ ਰਹਿਣਾ। ਉਦੋਂ ਇਹਨਾਂ ਨੇ ਹੀ ਜਿਹੜਾ ਕਮਿਸ਼ਨ ਬਣਾਇਆ ਸੀ, ਉਹਦੇ ਕਮਿਸ਼ਨ ਦੀ ਰਿਪੋਰਟ ਇਹਨਾਂ ਨੇ ਨਹੀਂ ਸੀ ਸਵੀਕਾਰ ਕੀਤੀ, ਸਵੀਕਾਰ ਨਹੀਂ, ਜਾਣੀ ਕਿ ਉਹ ਤੋਂ ਰਿਸੀਵ ਨਹੀਂ ਕੀਤੀ। ਉਹ ਘੰਟਿਆਂ ਬੱਧੀ ਵੇਟ ਕਰਕੇ ਫਿਰ ਇੱਕ ਜੂਨੀਅਰ ਜਿਹੜਾ ਅਧਿਕਾਰੀ ਸੀ ਉਹਨੂੰ ਉਹ ਦੇ ਕੇ ਆ ਗਿਆ, ਜਾਣੀ ਕਿ ਫਿਰ ਉਹ ਜਨਤਕ ਨਹੀਂ ਕੀਤੀ ਗਈ। ਦੱਸਣ ਦਾ ਸਹੀ ਵੀ ਉਹ 'ਚ ਹੈ ਕੀ ਆ। ਉਹ ਉਦੋਂ 1.5 ਸਾਲ 'ਚ ਇਹਨਾਂ ਨੂੰ ਰੋਕਿਆ ਕਿਸੇ ਨੇ? 1.5 ਸਾਲ ਤੱਕ ਕਿਹੜੇ ਪੁਲਿਸ ਵਾਲੇ ਨੇ ਗੋਲੀ ਚਲਾਈ, ਉਹ ਨਹੀਂ ਇਹਨਾਂ ਨੂੰ ਬੰਦਾ ਲੱਭਾ, ਕਿਉਂਕਿ ਇਹਨਾਂ ਦੀ ਨੀਅਤ ਨਹੀਂ ਸੀ, ਇਹਨਾਂ ਦੀ ਪੋਲ ਖੁੱਲਣੀ ਹੈ ਉਹ ਸਾਰੀ ਗੱਲਾਂ ਦੇ ਵਿੱਚ ਆ ਕੇ। ਜਿਹੜਾ ਹੁਣ ਤਾਂ ਇਹ ਜਿੱਦਾਂ ਵੀ ਉਹ ਗੱਲ ਇਹਨਾਂ ਦੇ ਮੂੰਹ 'ਚੋਂ ਹਾਸੋ ਹੀ ਨਹੀਂ ਲੱਗਦੀ ਜਦੋਂ ਸੁਖਬੀਰ ਬਾਦਲ ਇਹ ਕਹਿੰਦਾ ਵੀ ਸੁਪਰੀਮ ਕੋਰਟ ਦੇ ਜੱਜ ਤੋਂ ਕਰਾਓ, ਵੀ ਤੁਹਾਡਾ ਹੱਥ ਕਿਹਨੇ ਫੜਿਆ ਸੀ? ਤੇ ਜਿਹੜੀ ਰਿਪੋਰਟ ਆ ਚੁੱਕੀ ਉਹ ਜਨਤਕ ਉਹ ਕਿਉਂ ਨਹੀਂ ਜਨਤਕ ਕੀਤੀ ਜਦੋਂ ਰਾਜ ਰਹਿੰਦਿਆਂ ਹੋਇਆ ਤੁਸੀਂ? ਤੇ ਤੁਸੀਂ ਉਹਦੀ ਬੇਅਦਬੀ ਕਿਉਂ ਕੀਤੀ? ਜਿਹੜਾ ਬੰਦਾ ਰਿਪੋਰਟ ਲੈ ਕੇ ਗਿਆ ਸੀ ਤੇ ਉੱਤੋਂ ਤੁਸੀਂ ਰਿਪੋਰਟ ਨਹੀਂ ਲਈ। ਇਹ ਸਾਰੀਆਂ ਗੱਲਾਂ ਲੋਕਾਂ ਦੇ ਜ਼ਿਹਨ ਵਿੱਚ ਆ, ਸਾਹਮਣੇ ਆਉਣੀਆਂ, ਔਰ ਇਹਨਾਂ ਨੂੰ ਤਾਂ ਸਜ਼ਾ ਮਿਲ ਹੀ ਚੁੱਕੀ ਹੈ। ਤੁਸੀਂ ਵਿਰੋਧੀ ਧਿਰ ਦੀ ਗੱਲ ਕੀਤੀ, ਵਿਰੋਧੀ ਧਿਰ ਨਹੀਂ ਹੈਗੀ ਉਹ, ਨਹੀਂ ਵਿਰੋਧੀ ਧਿਰ ਕਿੱਥੇ, ਕਾਨੂੰਨ ਤੌਰ ਤੇ ਵਿਰੋਧੀ ਧਿਰ ਵੀ ਨਹੀਂ ਰਹੀ ਜਾਣਗੀ। ਇਹ ਸ਼੍ਰੋਮਣੀ ਅਕਾਲੀ ਦਲ ਦੀ ਸਭ ਤੋਂ ਵੱਡੀ ਹਾਰ ਆ, ਤੇ ਇਹ ਹਾਰ ਸੁਖਬੀਰ ਬਾਦਲ ਦੀ ਅਗਵਾਈ ਹੇਠ ਹੋਈ ਹੈ। ਇਹ ਉਦੋਂ ਹੋਈ ਆ ਜਦੋਂ ਸ਼੍ਰੋਮਣੀ ਅਕਾਲੀ ਦਲ 2020 'ਚ ਜਿਹੜਾ ਆਪਣਾ 100 ਸਾਲਾ ਮਨਾਉਣਾ, ਉਦੋਂ ਪਹਿਲਾਂ ਦਾ ਜਿਹੜਾ ਜਾਣੀ ਕਿ ਲੋਕਾਂ ਨੇ ਪ੍ਰਤੱਖ ਇਹਨੂੰ ਕਰਤਾ ਹੈਗਾ ਜੀ। ਬਾਕੀ ਦਾਅਵੇ ਤੇ ਇਹ ਕੀਤੇ ਜਾਂਦੇ ਆ ਕਿ ਸਿਰਫ 4 ਸਾਲ ਰਹਿ ਗਏ ਆ ਤੇ ਸਰਕਾਰ ਜਿਹੜੀ ਆ ਸਾਡੀ ਮੁੜ ਕੇ ਆ ਜਾਏਗੀ, ਪਰ ਲੋਕਾਂ ਨੇ ਜਿਸ ਤਰੀਕੇ ਨਾਲ ਨਕਾਰਿਆ ਹੈ, ਲੱਗਦਾ ਹੈ ਕਿ ਹੁਣ ਅਗਲੇ 5 ਸਾਲ ਤਾਂ ਕਿਤੇ ਵੀ ਸਰਕਾਰ ਜਿਹੜੀ ਆ ਬਣਦੀ ਨਜ਼ਰ ਨਹੀਂ ਆ ਰਹੀ। ਪਰ ਜਿਹੜੇ ਕਮੀਆਂ ਜਾਂ ਜਿਹੜੀਆਂ ਪੁਰਾਣੀਆਂ ਨੀਤੀਆਂ ਇਹਨਾਂ ਨੇ ਮਾੜੀਆਂ ਕੀਤੀਆਂ ਸੀਗੀਆਂ, ਹੁਣ ਉਹਨਾਂ ਦੀ ਪੋਲ ਖੁੱਲ ਕੇ ਜਿਹੜੀ ਆ ਲੋਕ ਇਹਨਾਂ ਤੋਂ ਹਿਸਾਬ ਮੰਗਣਗੇ, ਤੇ ਮੰਗਣਾ ਵੀ ਚਾਹੀਦਾ। ਮਨਦੀਪ ਜੀ, ਇਹ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਇਹ 5 ਸਾਲ ਸਰਕਾਰ ਨਹੀਂ ਹੁੰਦੀ, 5 ਸਾਲ ਦੀ ਨਹੀਂ ਹੈਗੀ, ਘੱਟੋ ਘੱਟ ਜਿਹੜੇ ਹੁਣ, ਜੇ ਇਸ ਵੇਲੇ ਵੀ ਹੁਣ ਵੀ ਚੋਣਾਂ ਹੋ ਜਾਣ ਦੁਬਾਰਾ ਕਿਤੇ, ਇਹ ਫਿਰ ਵੀ ਕਿਤੇ ਨਹੀਂ ਆਉਂਦੇ ਨਜ਼ਰ, ਕਿਉਂਕਿ ਲੋਕਾਂ ਦੇ ਮਨਾਂ 'ਚ ਜਿਹੜਾ ਗੁੱਸਾ ਆ, ਜੋ ਇਹਨਾਂ ਨੇ 10 ਸਾਲਾਂ 'ਚ ਲੋਕਾਂ ਨਾਲ ਕੀਤਾ, ਜਿਹੜਾ ਹੁਣ ਇਹ ਰੌਲਾ ਚੀਕਾਂ ਮਾਰਦੇ ਆ ਵੀ ਪੁਲਿਸ ਧੱਕੇਸ਼ਾਹੀ ਕਰਦੀ ਆ, ਸਾਡੇ ਤੇ ਨਜਾਇਜ਼ ਪਰਚੇ ਹੋ ਰਹੇ ਆ, ਤੇ 10 ਸਾਲ ਕੀ ਹੁੰਦਾ ਰਿਹਾ ਉਦੋਂ? MLA ਦੀਆਂ ਜਾਣੀ ਕਿ ਉਹਨਾਂ ਦੇ, ਇਹ ਪਹਿਲੀ ਵਾਰ ਹੋਇਆ ਪੰਜਾਬ 'ਚ ਕਿ ਇੱਕ ਵਿਧਾਨ ਸਭਾ ਹਲਕਾ ਦੇ ਮੁਤਾਬਕ DSP ਲਾਇਆ ਜਾਂਦਾ ਸੀ, ਤੇ ਉਹਦੇ ਮੁਤਾਬਕ ਥਾਣੇ ਕੀਤੇ ਗਏ ਤਾਂ ਕਿ ਡੰਡੇ ਨਾਲ ਰਾਜ ਕੀਤਾ ਜਾਵੇ। ਇਹ ਜਿਹੜਾ ਪ੍ਰੋਗਰਾਮ ਸੀ, ਰਣਨੀਤੀ ਸੀ, ਜਾਂ ਕਾਨੂੰਨ 'ਚ ਤਾਂ ਭੰਨ ਤੋੜ ਸੀ, ਉਹ ਸੁਖਬੀਰ ਬਾਦਲ ਲੈ ਕੇ ਆਇਆ। ਡੰਡੇ ਨਾਲ ਰਾਜ ਕਰਨ ਦੀ ਜਿਹੜੀ
ਪਾਲਿਸੀ ਆ ਪੰਜਾਬ 'ਚ, ਉਹ ਸੁਖਬੀਰ ਬਾਦਲ ਨੇ ਲੈ ਕੇ ਆਂਦੀ ਵੀ ਇੱਕ ਵਿਧਾਨ ਸਭਾ ਹਲਕੇ ਨੂੰ ਪੁਲਿਸ ਦੇ ਤਹਿਤ ਕਿੱਦਾਂ ਕਰਨਾ। ਇੱਕ ਡੀਐਸਪੀ ਵਿਧਾਨ ਸਭਾ ਹਲਕੇ ਮੁਤਾਬਕ ਲੱਗਦਾ ਸੀ, ਨਾ ਕਿ ਜਿੱਦਾਂ ਪੁਲਿਸ ਦਾ ਕਾਨੂੰਨ ਬਣਿਆ ਸੀ ਪਹਿਲਾਂ ਸੀ। ਇਹ ਭੰਨ ਤੋੜ ਉਹਨੇ ਕੀਤੀ। ਫਿਰ ਇੱਕ ਐਸਐਸਪੀ ਨੂੰ ਉਸੇ ਜ਼ਿਲ੍ਹੇ 'ਚ ਰੱਖਣ ਲਈ ਪੰਜਾਬ ਪੁਲਿਸ ਦੇ ਐਕਟ ਵਿੱਚ ਸੋਧ ਕੀਤੀ ਗਈ। ਅੱਛਾ ਜੀ। ਉਹ ਕੀ ਖਾਸੀਅਤ ਸੀ ਵੀ ਉਹ 'ਚ ਅਫਸਰ ਬਾਕੀ ਦੇ ਨਿਕੰਮੇ ਆ, ਜਾਣੀ ਕਿ ਕਿੰਨੇ ਜਾਣੀ ਕਿ ਪੁਲਿਸ ਅਫਸਰ ਜਿਹੜੇ ਹੈਗੇ ਵਧੀਆ ਹੈਗੇ ਆ ਤੇ ਉਹ ਕੰਮ ਕਰਦੇ, ਪਰ ਨਹੀਂ ਜਿਹੜੇ ਚਹੇਤੇ ਇਹਨਾਂ ਨੂੰ, ਉਹਨਾਂ ਨੂੰ ਕਿੱਦਾਂ ਇਹਨਾਂ ਨੇ ਆਪਣੇ ਲਾਭ ਪਹੁੰਚਾਉਣਾ, ਫਾਇਦਾ ਪਹੁੰਚਾਉਣਾ ਹੈਗਾ, ਉਹਦੇ ਲਈ ਕਾਨੂੰਨ ਵੀ ਤੁਹਾਨੂੰ ਪੰਨਿਆਂ ਤੋੜਿਆ ਜਾ ਸਕਦਾ ਜੀ। ਇਹ ਪੋਲਾਂ ਖੁੱਲਣੀਆਂ ਸਾਰੀਆਂ ਜੀ, ਜਦੋਂ ਵੀ ਆਉਣੀਆਂ ਇਹ ਪੋਲਾਂ, ਇਹਨੇ ਬਚਣਾ ਨਹੀਂ ਕਿਸੇ ਨੇ ਵੀ। ਸਾਰੇ ਲੋਕਾਂ ਦੇ ਮਨਾਂ 'ਚ ਆ ਗੱਲਾਂ। ਜਿਹੜਾ ਡੰਡਾ ਲੋਕਾਂ ਦੇ ਇਹਨਾਂ ਨੇ ਚਲਾਇਆ ਬੇਕਿਰਕੀ ਦੇ ਨਾਲ, ਉਹ ਲੋਕਾਂ ਨੇ 5 ਸਾਲਾਂ 'ਚ ਨਹੀਂ ਭੁੱਲਣਾ ਹੈਗਾ। ਉਹ ਤਾਂ ਜੋ ਹਾਲਾਤ ਲੱਗ ਰਹੇ ਨੇ ਪੰਜਾਬ 'ਚ ਤੀਜੀ ਧਿਰ ਉੱਭਰਨੀ ਆ ਵਧੀਆ ਢੰਗ ਨਾਲ ਪੰਜਾਬ, ਕਿਉਂਕਿ ਸਿੱਖੀ ਦੀ ਪੋਲਿਟਿਕਸ ਰਹਿਣੀ ਹੈ ਪੰਜਾਬ 'ਚ, ਉਹਨੂੰ ਮਨਫੀ ਨਹੀਂ ਕੀਤਾ ਜਾ ਸਕਦਾ ਜੀ। ਪਰ ਇਹਨਾਂ ਤੋਂ ਬਿਨਾਂ ਹੋਣੀ ਹੈ ਪੋਲਿਟਿਕਸ ਜੀ। ਬਿਲਕੁਲ ਹੋਣੀ ਵੀ ਚਾਹੀਦੀ ਹੈ, ਕਿਉਂਕਿ ਜੋ ਚੰਮ ਦੀਆਂ 10 ਸਾਲ ਚਲਾਈਆਂ ਆ ਉਹ ਹੁਣ ਭੁਗਤਣ ਦਾ ਵੇਲਾ ਆ ਗਿਆ ਹੈ ਕਿ ਲੋਕਾਂ ਨੂੰ ਹਿਸਾਬ ਵੀ ਦੇਣਾ ਬਣਦਾ ਹੈ, ਜੋ ਲੋਕਾਂ ਦੇ ਨਾਲ ਇਹਨਾਂ ਨੇ ਮਾੜੀਆਂ ਹਰਕਤਾਂ ਜਾਂ ਫਿਰ ਆਪਣੀ ਮਰਜ਼ੀ ਦੇ ਨਾਲ ਜੋ ਕੁਝ ਵੀ ਕੀਤਾ। ਸੋ ਇੱਥੇ ਵੇਲਾ ਹੋ ਚੱਲਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪਾਲ ਸਿੰਘ ਨੌਲੀ ਜੀ ਸਾਡੇ ਨਾਲ ਨੇ ਤੇ ਵਿਚਾਰ ਚਰਚਾ ਚੱਲ ਰਹੀ ਹੈ। ਨੌਲੀ ਸਾਹਿਬ, ਸਿੱਖ ਕਤਲੇਆਮ ਦੇ ਵਿੱਚ ਹੁਣ SIT ਜਿਹੜੀ ਹੈ ਉਹ ਗਠਨ ਕਰ ਦਿੱਤੀ ਗਈ ਹੈ। SN ਢੀਂਗਰਾ ਜੀ ਨੂੰ ਜਿਹੜਾ ਇਹਦੀ ਰਿਪੋਰਟ ਜਿਹੜੀ 2 ਮਹੀਨੇ ਦੇ ਅੰਦਰ ਅੰਦਰ ਸੌਂਪਣ ਨੂੰ ਆਖਿਆ ਹੈ। ਹੁਣ ਕਿਸ ਤਰ੍ਹਾਂ ਦੀ ਆਸ ਬਚੀ ਹੈ ਲੋਕਾਂ ਦੇ ਵਿੱਚ? ਮਨਦੀਪ ਜੀ, 84 ਦਾ ਕਤਲੇਆਮ ਜਿਹੜਾ ਹੈਗਾ ਜੀ, ਉਹਨੂੰ ਭੁੱਲਿਆ ਨਹੀਂ ਜਾ ਸਕਦਾ। ਬਿਲਕੁਲ। ਕਈ ਲੋਕ ਇਸ ਤਾਂ ਇੱਧਰ ਨੂੰ ਗੱਲ ਨੂੰ ਲਿਜਾਣਾ ਚਾਹੁੰਦੇ ਆ ਵੀ ਇਹ ਪੁਰਾਣੀਆਂ ਗੱਲਾਂ ਜਿਹੜੀਆਂ ਨਾ ਉਹ ਭੁੱਲ ਜਾਣੀਆਂ ਚਾਹੀਦੀਆਂ ਜੀ। ਇਹ ਭੁੱਲਣ ਵਾਲੀ ਗੱਲ ਨਹੀਂ ਹੈਗੀ। ਇਹ ਕੋਈ ਦੰਗੇ ਨਹੀਂ ਜਿਹਨੂੰ ਦੰਗੇ ਕਿਹਾ ਜਾਂਦਾ। 84 ਦੇ ਦੰਗੇ ਨਹੀਂ। ਦੰਗੇ 2 ਤਰ੍ਹਾਂ 'ਚ ਹੁੰਦੇ ਆ ਵੀ ਤੁਸੀਂ ਉਹਨੂੰ ਮਾਰ ਰਿਹਾ, ਉਹ ਤੁਹਾਨੂੰ ਮਾਰ ਰਿਹਾ। ਇਹ ਤਾਂ ਇੱਕ ਪਾਸੜ ਸੀ, ਇਹ ਤਾਂ ਕਤਲੇਆਮ ਸੀਗਾ ਜਾਣੀ ਕਿ ਨਸਲ ਕੁਸ਼ੀ ਸੀ ਸਿੱਖਾਂ ਦੀ ਜਾਣੀ ਕਿ। ਫਿਰ ਇਹਦੇ ਤੇ ਹੁਣ ਤੱਕ 1984 ਤੋਂ ਲੈ ਕੇ ਹੁਣ ਤੱਕ ਕਿੰਨੇ ਕਮਿਸ਼ਨ ਬਣਾਏ ਗਏ। ਕਿਸੇ ਦੀ ਜੇ ਕੋਈ ਰਿਪੋਰਟ ਜਿਹੜੀ ਸਾਰਥਕ ਇੰਨੀ ਨਹੀਂ ਹੈ ਕਿ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕੀਤਾ ਜਾ ਸਕੇ ਜੀ। ਇਹ ਦੇਸ਼ ਦੇ ਮੱਥੇ ਦੇ ਉੱਤੇ ਕਲੰਕ ਜਿਹੜਾ ਲੱਗਾ ਆ ਉਹਨੂੰ ਧੋਇਆ ਨਹੀਂ ਜਾ ਸਕਦਾ ਜੀ। ਤੇ ਮੈਂ ਕਹਿੰਦਾ ਵੀ ਇਹ ਜਿਹੜੀਆਂ ਉੱਚ ਅਦਾਲਤਾਂ ਹੈਗੀਆਂ ਉਹਨਾਂ ਦੀ ਕਾਰਗੁਜ਼ਾਰੀ ਤੇ ਵੀ ਵੱਡਾ ਜਿਹੜਾ ਪ੍ਰਸ਼ਨ ਚਿੰਨ੍ਹ ਲੱਗਾ ਕਿ 33 ਸਾਲ ਬੀਤਣ ਦੇ ਬਾਵਜੂਦ ਵੀ ਨਿਰਦੋਸ਼ ਬੰਦਿਆਂ ਨੂੰ ਦੇ ਦੋਸ਼ੀਆਂ ਨੂੰ ਤੁਸੀਂ ਕਟਹਿਰੇ 'ਚ ਖੜਾ ਨਹੀਂ ਕੀਤਾ ਗਿਆ। ਸਭ ਤੋਂ ਵੱਡੀ ਗੱਲ ਕਿ ਦਿੱਲੀ ਵਿੱਚ ਹੀ 3000 ਤੋਂ ਵੱਧ ਕਤਲ ਹੋਏ ਜੀ। ਤੁਸੀਂ FIR ਤੱਕ ਨਾ ਦਰਜ ਕਰੋ। ਸਾਰੇ ਦੇਸ਼ ਵਿੱਚ 10,000 ਦੇ ਕਰੀਬ ਇਸੇ ਦੰਗਿਆਂ ਜਿਹੜੇ ਸਿੱਖਾਂ ਦੇ ਉੱਤੇ ਕਤਲੇਆਮ ਹੋਇਆ, ਉਹ ਮਾਰੇ ਗਏ ਸਿੱਖ, ਕਿਤੇ ਕੋਈ ਇਨਸਾਫ ਨਹੀਂ। ਹੁਣ ਇਹ ਗੱਲ ਵੀ ਸਾਹਮਣੇ ਇਹ ਹੈ ਵੀ ਜਦੋਂ ਇਦਾਂ ਦਾ ਮਾਹੌਲ ਬਣਾਇਆ ਗਿਆ ਸੀ ਉਦੋਂ ਵੀ ਜਿਹੜੇ ਸਬੂਤ ਆ ਉਹ ਨਸ਼ਟ ਕੀਤੇ ਜਾਏ, ਨਸ਼ਟ ਕੀਤੇ ਗਏ ਜਾਣਗੇ। ਹੁਣ ਇੰਨਾ ਲੰਮਾ ਸਮੇਂ ਤੋਂ ਬਾਅਦ ਚਲੋ ਇਹ ਗੱਲ ਚੰਗੀ ਆ ਕਿ ਦੁਬਾਰਾ ਖੋਲ੍ਹੇ ਗਏ, ਕਿਉਂਕਿ ਇਹ ਜਿਹੜੇ ਲੋਕ ਅਗਵਾਈ ਦੇਣ ਨੂੰ ਤਿਆਰ ਸੀਗੇ, ਜਿਹੜੇ ਕਹਿੰਦੇ ਸੀ ਵੀ ਇਸ ਕਾਂਗਰਸੀ ਨੇ ਅਗਵਾਈ ਕੀਤੀ ਆ, ਅਸੀਂ ਦੇਖਿਆ, ਤੁਸੀਂ ਉਹਨੂੰ ਕਾਂਗਰਸ ਦੀ ਟਿਕਟਾਂ ਦੇ ਕੇ ਨਵਾਜ਼ਦੀ ਰਹੀ, ਉਹਨਾਂ ਨੂੰ ਤੁਸੀਂ ਵੱਡੇ ਆਪਣੇ ਮੰਤਰੀ ਮੰਡਲ 'ਚ ਸ਼ਾਮਲ ਕਰਦੇ ਰਹੇ, ਉੱਚੇ ਪਾਰਟੀ 'ਚ ਅਹੁਦਿਆਂ 'ਤੇ ਬਿਠਾਉਂਦੇ ਰਹੇ। ਜਾਣੀ ਕਿ ਜਿਹੜੇ ਕਾਤਲ ਰਹੇ ਜਾਣੀ ਕਿ ਇਹ ਆਪਣੇ ਢੀਂਗਰਾ ਸਾਹਿਬ ਜਿਹੜੇ ਜੱਜ ਸਾਹਿਬ ਹੁਣ ਬਣਾਏ ਨੇ 186 ਕੇਸਾਂ ਦੀ ਜਿਹੜੀ ਮੁੜ ਕੇ ਜਾਂਚ ਸ਼ੁਰੂ ਕੀਤੀ ਗਈ ਆ। ਉਦੋਂ ਪਹਿਲਾਂ ਵੀ ਇਹਨਾਂ ਨੇ ਜਿਹੜਾ ਕਿਸ਼ੋਰੀ ਲਾਲ ਜਿਹਦੇ ਤੇ ਇਹ ਕਿਹਾ ਜਾਂਦਾ ਵੀ ਉਹਨੇ 150 ਬੰਦਾ
ਕਤਲ ਕੀਤਾ ਸੀ ਸਿੱਖ ਜੀ। ਤੁਸੀਂ ਦੇਖੋ ਕਿੱਡੀ ਵੱਡੀ ਤਰਾਸਦੀ ਸੀ, ਕਿੱਡਾ ਵੱਡਾ ਜਾਣੀ ਕਿ ਸੀਗਾ। ਜਦੋਂ 2002 ਚ ਜਾਣੀ ਕਿ ਗੁਜਰਾਤ ਚ ਦੰਗੇ ਹੋਏ ਸੀ, ਉਦੋਂ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਉਸ ਵੇਲੇ ਦੇ ਅਟਲ ਬਿਹਾਰੀ ਵਾਜਪਾਈ, ਮੁੱਖ ਮੰਤਰੀ ਉਦੋਂ ਨਰਿੰਦਰ ਮੋਦੀ ਸੀ, ਉਹਦੀ ਹਾਜ਼ਰੀ ਚ ਉਹਨੇ ਕਿਹਾ ਸੀ ਵੀ ਇਹ ਜਿਹੜਾ ਦੇਸ਼ ਦੇ ਉੱਤੇ ਧੱਬਾ ਹੈਗਾ, ਵੀ ਇਸ ਘਟਨਾ ਨੇ ਦੇਸ਼ ਦਾ ਸਿਰ ਨੀਵਾਂ ਕੀਤਾ ਵਿਦੇਸ਼ਾਂ 'ਚ, ਸਾਰੀ ਦੁਨੀਆ ਦੇ ਵਿੱਚ ਧੱਬਾ ਲੱਗਾ। ਉਹੋ ਹੀ ਘਟਨਾ, ਉਦੋਂ ਵੀ ਵੱਡੀ ਘਟਨਾ ਜਿਹੜੀ ਸੀ ਉਹ 84 ਦੀ ਸੀਗੀ, ਜਿਸ 'ਚ ਸਿੱਖਾਂ ਨੂੰ ਉਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਜਿੰਦੇ ਸਾੜਿਆ ਗਿਆ, ਉਹ ਔਰਤਾਂ ਨੂੰ ਬੇਪਤ ਕੀਤਾ ਗਿਆ, ਉਹਨਾਂ ਦੀਆਂ ਪ੍ਰਾਪਰਟੀਆਂ ਸਭ ਕੁਝ ਜਾਣੀ ਕਿ ਤਬਾਹ ਕੀਤਾ ਗਿਆ। ਤੇ ਹਜੇ ਤੱਕ ਇਨਸਾਫ ਜਾਣੀ ਕਿ ਜਿਹੜਾ ਚਾਹੀਦਾ ਸੀਗਾ, ਜਿਹੜਾ ਹੋਣਾ ਚਾਹੀਦਾ ਸੀ, ਉਹ ਨਹੀਂ ਮਿਲਿਆ। ਤੇ ਪਰ ਇੱਕ ਗੱਲ ਹੋਰ ਸਵਾਲ ਉੱਠਦਾ ਹੈਗਾ ਕਿ ਭਾਜਪਾ ਜਿਹੜੀ ਆ ਉਹ ਅਕਾਲੀ ਦਲ ਦੋਨੇ ਭਾਈਵਾਲ ਪਾਰਟੀਆਂ ਨੇ, ਤੇ ਇਹ ਜੇ ਕਾਂਗਰਸ ਨੇ ਨਹੀਂ ਸੀ ਬਣਾਉਣੀ, ਫਰਜ਼ ਕਰੋ 2014 ਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਸੀ, ਇਹ ਸਿੱਟ ਉਦੋਂ ਕਿਉਂ ਨਾ ਕੀਤੀ ਗਈ? ਉਦੋਂ ਜਿਹੜੀ ਬਣਾਈ ਸੀ ਉਹਨੇ ਕੋਈ ਕੰਮ ਨਹੀਂ ਕੀਤਾ। ਜੇ ਹੁਣ 16 ਮਹੀਨੇ ਰਹਿ ਗਏ ਆ, ਇਹਨੂੰ ਰਾਜਨੀਤਿਕ ਦੇ ਪੱਖ ਤੋਂ ਵੀ ਕੁਝ ਲੋਕ ਦੇਖਦੇ ਆ। ਜੀ, ਮੇਰਾ ਸਵਾਲ ਇਹ ਅਗਲਾ ਹੈ ਕਿ ਹੁਣ ਜਿਹੜੀਆਂ 19 ਦੀਆਂ ਚੋਣਾਂ ਆਉਣ ਵਾਲੀਆਂ, ਕਿਤੇ ਉਹਨੂੰ ਮੱਦੇਨਜ਼ਰ ਰੱਖਦੇ? ਬਿਲਕੁਲ, ਜਾਣੀ ਕਿ ਇਹ 'ਚ ਕੋਈ ਸ਼ੱਕ ਨਹੀਂ ਹੈਗੀ ਜੀ। ਭਾਵੇਂ ਹਾਲਾਂਕਿ ਜਾਣੀ ਕਿ ਚਲੋ ਇਨਸਾਫ ਤਾਂ ਮਿਲਣਾ ਚਾਹੀਦਾ, ਪਹਿਲਾਂ ਹੀ ਬਹੁਤ ਲੇਟ ਹੋ ਚੁੱਕਾ ਜਾਣੀ ਕਿ ਕੰਮ ਬਹੁਤ ਜ਼ਿਆਦਾ, ਪਰ ਇਹਨੂੰ ਭਾਜਪਾ ਜਿਹੜੀ ਹੈਗੀ ਹੈ, ਉਹਦੀ ਮੋਦੀ ਸਰਕਾਰ ਹੈਗੀ ਹੈ, ਇਹਨੂੰ ਉਸ ਐਂਗਲ ਦੇ ਨਾਲ ਲੁਕਮਾ ਜਿਹੜਾ ਹੈਗਾ ਨਾ, ਜਿਹੜਾ ਦਿਸ ਨਹੀਂ ਰਿਹਾ ਲੋਕਾਂ ਨੂੰ, ਉਹ ਇਹੋ ਏਜੰਡਾ ਕਿਤੇ ਨਾ ਕਿਤੇ ਹੈ ਜ਼ਰੂਰ, ਵੀ ਕਾਂਗਰਸ ਦੇ ਉੱਤੇ ਅਟੈਕ ਕਰਨ ਦੇ ਲਈ ਇਹ ਜਿਹੜਾ ਉਹਨੂੰ ਟਾਰਗੇਟ ਕੀਤਾ ਜਾਵੇ, ਵੀ ਉਦੋਂ ਤੱਕ ਜਿਹੜੀ ਆ ਇਹ ਸਾਰਾ ਕੁਝ ਸਾਹਮਣੇ ਜਾਣੀ ਕਿ ਚੰਗੀ ਜਿਹੜੀ ਛਵੀ ਬਣ ਜਾਏਗੀ, ਹਾਂ ਆ ਜਾਵੇ। ਪਰ ਇਹ ਗੱਲ ਰਾਜਨੀਤਿਕ ਤੌਰ ਤੇ ਤਾਂ ਠੀਕ ਨਹੀਂ ਹੈਗੀ, ਪਰ ਜਿਹੜੀ ਉਹਨਾਂ ਨੇ ਦੁਬਾਰਾ ਕੀਤਾ ਹੈਗਾ ਫੈਸਲਾ ਬਣਾਵੇ, ਜਿਹੜੇ ਤੁਸੀਂ ਦੇਖੋ ਵੀ ਪਹਿਲਾਂ ਵੀ ਉਹ ਜਿਹੜੀ ਸੀਗੀ ਉਹਨਾਂ ਨੇ ਬੰਦ ਕਰਨ ਦਾ ਫੈਸਲਾ ਲੈ ਲਿਆ ਸੀ, ਵੀ ਇਹ ਕੇਸ ਜਿਹੜੇ ਆ 296 ਜਿਹੜੇ ਉਹ ਬੰਦ ਕਰ ਦਿੱਤੇ ਜਾਣ, ਜਾਣੀ ਕਿ ਇਹਨਾਂ ਤੇ ਕੋਈ ਨਹੀਂ ਹੈਗਾ। ਪਰ ਉਦੋਂ ਫਿਰ ਵੀ ਇੱਕ ਸਿੱਖ ਨੇ ਜਾਣੀ ਕਿ ਇਹਦੇ ਤੇ ਅਪੀਲ ਕੀਤੀ ਸੀ ਕੋਰਟ ਦੇ ਵਿੱਚ ਕਿ ਦੁਬਾਰਾ ਖੋਲੇ ਜਾਣ। ਹੁਣ ਜਿਹੜਾ ਫੈਸਲਾ ਉਹ ਸ਼ਲਾਘਾਯੋਗ ਹੈਗਾ, ਪਰ ਇਹਦੇ ਵਿੱਚ ਜਿੱਦਾਂ ਹੁਣ ਸੁਖਬੀਰ ਬਾਦਲ ਨੇ ਵੀ ਕਿਹਾ ਹੈਗਾ ਵੀ ਫੈਸਲਾ ਸ਼ਲਾਘਾਯੋਗ ਆ, ਹੋਰ ਜਥੇਬੰਦੀਆਂ ਨੇ ਵੀ ਕਿਹਾ, ਪਰ ਸੁਖਬੀਰ ਬਾਦਲ ਹੋਣਾ ਨੂੰ ਇਹ ਜਵਾਬ ਦੇਣਾ ਚਾਹੀਦਾ ਕਿ ਜਦੋਂ ਉਹ 15 ਸਾਲ ਪੰਜਾਬ 'ਚ ਰਾਜ ਕਰਦੇ ਰਹੇ, ਉਹਨਾਂ ਨੇ ਪੀੜਤ ਸਿੱਖਾਂ ਲਈ ਕੀ ਕੀਤਾ? ਪਿਛਲੇ 3 ਸਾਲਾਂ ਤੋਂ ਤਾਂ ਸਰਕਾਰ ਵੀ ਜਿਹੜੀ ਸੈਂਟਰ 'ਚ ਵੀ ਆਪਣੀ ਹਾਂ ਬਿਲਕੁਲ, ਹਾਂਜੀ, ਉਹਨਾਂ ਲਈ ਕੀ ਕੀਤਾ, ਉਹਦਾ ਜਵਾਬ ਇਹਨਾਂ ਨੂੰ ਦੇਣਾ ਚਾਹੀਦਾ, ਦੱਸਣਾ ਚਾਹੀਦਾ ਵੀ ਅਸੀਂ ਜਿਹੜਾ ਹੀ ਪੀੜਤ ਸਿੱਖਾਂ ਲਈ ਇੱਕ ਜਦੋਂ 1997 ਤੋਂ ਸਰਕਾਰ ਸੀ ਬਾਦਲ ਸਾਹਿਬ ਦੀ, ਉਦੋਂ ਉਹਨਾਂ ਨੂੰ ਜਿਹੜੇ ਫਲੈਟ ਦੇਣੇ ਸੀ ਉਹ ਨਹੀਂ ਸੀ ਮਿਲ ਰਹੇ, ਤੇ ਜਦੋਂ ਦੰਗਾ ਪੀੜਤਾਂ ਨੂੰ ਜਦੋਂ ਨਹੀਂ ਮਿਲੇ, ਤੇ ਜਦੋਂ ਇਹ ਉਹਨਾਂ ਨੇ ਕਿਹਾ ਵੀ ਅਸੀਂ ਮਰਨ ਵਰਤ ਰੱਖ ਦੇਣਾ, ਉਹ ਮਾਰਚ ਕਰਕੇ ਜਾ ਰਹੇ ਸੀਗੇ, ਤਾਂ ਜਾ ਕੇ ਇਹਨਾਂ ਨੂੰ ਜਾਣੀ ਕਿ ਉਸ ਗੱਲ ਤੇ ਅਮਲ ਕੀਤਾ, ਨਹੀਂ ਤਾਂ ਉਦੋਂ ਵੀ ਜਾਣੀ ਕਿ ਸੁੱਤੇ ਬੈਠੇ ਸੀਗੇ। ਬਿਲਕੁਲ, ਜਦੋਂ ਇਨਸਾਨੀਅਤ ਨੂੰ ਸੜਕਾਂ ਦੇ ਉੱਪਰ ਉਤਰਨਾ ਪੈਂਦਾ ਤੇ ਫਿਰ ਜਿਹੜੀਆਂ ਸਰਕਾਰਾਂ ਆ ਉਹ ਜਾਗਦੀਆਂ ਨੇ, ਨਹੀਂ ਤਾਂ ਜਿਹੜੀਆਂ ਨੀਂਦ ਇਹਨਾਂ ਨੇ ਗੂੜੀ ਧਾਰੀ ਹੋਈ ਆ ਕਿਸੇ ਵੀ ਮਸਲੇ ਦੇ ਵਿੱਚ, ਚਾਹੇ ਲੈ ਲਈਏ ਤਾਂ ਆ ਗੱਲ ਜਿਹੜੀ ਆ ਹੁਣੇ ਉੱਭਰ ਕੇ ਜਿਹੜੀ ਸਾਹਮਣੇ ਆਈ ਹੈ ਕਿ 1997 ਜਦੋਂ ਸਰਕਾਰ ਬਾਦਲ ਹੋਣਾ ਦੀ ਸੀਗੀ, ਤਾਂ ਉਦੋਂ ਵੀ ਲੋਕਾਂ ਨੂੰ ਸੜਕਾਂ ਤੇ ਉਤਰਨਾ ਪਿਆ, ਆਪਣਾ ਮਰਨ ਵਰਤ ਜਿਹੜਾ ਰੱਖਣਾ ਪਿਆ, ਤਾਂ ਕਰਕੇ ਉਹਨਾਂ ਨੂੰ ਜਿਹੜੀ ਹੈ ਛੱਤ ਮਿਲੀ ਸੀਗੀ। ਹਾਲਾਂਕਿ ਅਧਿਕਾਰ ਸੀਗਾ ਉਹਨਾਂ ਦਾ, ਆਪਣਾ ਅਧਿਕਾਰ ਸੀਗਾ, ਫਿਰ ਵੀ ਜਿਹੜਾ ਉਹਨਾਂ ਨੂੰ ਸੜਕਾਂ ਤੇ ਉਤਰ ਕੇ ਜਾਂ ਮਰਨ ਦਾ ਦਾਅਵਾ ਕਰਕੇ ਜਿਹੜਾ ਆ ਉਹ ਆਪਣੇ ਹੀ ਹੱਕਾਂ ਦੇ ਲਈ ਲੜਨਾ ਪੈਂਦਾ। ਇਹ ਸਾਡੇ ਦੇਸ਼ ਦਾ ਜਿਹੜਾ ਆ ਨਾਗਰਿਕ ਦੀ ਇੱਕ ਹਾਲਤ ਹੈ, ਇਹ ਸਾਡੇ ਦੇਸ਼ ਦੀ ਜਿਹੜੀ ਨਾਗਰਿਕਤਾ ਦੀ ਜਿਹੜੀ ਹੈ ਉਹ ਪਾਲਣਾ ਕੀਤੀ ਜਾਂਦੀ ਹੈ ਕਿ ਆਪਣੇ ਹੀ ਹੱਕ ਦੇ ਲਈ ਲੋਕਾਂ ਨੂੰ ਜਿਹੜਾ ਸੜਕਾਂ ਤੇ ਉਤਰਨਾ ਪੈਂਦਾ ਹੈ। ਨੌਲੀ ਸਾਹਿਬ, ਜੇਕਰ ਗੱਲ ਕਰੀਏ ਆਪਾਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਹੋਣਾ ਦੀ, ਦੋਸ਼ ਲੱਗਦੇ ਰਹੇ ਆ ਕਿ ਸਾਰਾ ਕਤਲੇਆਮ ਜਿਹੜਾ ਆ ਉਹਨਾਂ ਨੇ ਹੀ ਕਰਵਾਇਆ ਸੀਗਾ, ਉਹਨਾਂ ਦੀ ਅਗਵਾਈ ਦੇ ਵਿੱਚ ਹੋਇਆ ਸੀਗਾ, ਪਰ ਉਹਨਾਂ ਦਾ ਪਿੱਛੇ ਜੇ ਇਹ ਬਿਆਨ ਆਇਆ ਸੀਗਾ ਕਿ ਮੈਨੂੰ ਹਰ ਪੱਖੋਂ ਕਲੀਨ ਚਿੱਟ ਮਿਲ ਗਈ ਆ, ਤੁਸੀਂ ਦੁਬਾਰਾ ਜਾਂਚ ਕਿਉਂ ਕਰ ਰਹੇ? ਨਹੀਂ, ਇਹ ਦੇਖੋ ਕਲੀਨ ਚਿੱਟ ਮਿਲਣੀ CBI ਨੇ ਦਿੱਤੀ, ਜਿਹਦੇ ਬਾਰੇ ਸੁਪਰੀਮ ਕੋਰਟ ਨੇ ਕਿਹਾ ਵੀ ਇਹ ਤਾਂ ਸਰਕਾਰ ਦਾ ਤੋਤਾ ਜੀ, ਵੀ ਜੋ ਸਰਕਾਰ ਨੇ ਕਹਿਣਾ ਇਹਨੇ ਉਦਾਂ ਹੀ ਬੋਲਣਾ। ਇਹ ਹਰ ਵੇਲੇ ਇਦਾਂ ਹੀ ਆਇਆ, ਜਿਹਦੀ ਪਾਰਟੀ ਸੱਤਾ 'ਚ ਰਾਜ ਕਰ ਰਹੀ ਹੁੰਦੀ ਆ ਜੀ, ਉਹਦੇ ਦੋਸ਼ੀਆਂ ਤੇ ਜਿਹੜੇ ਦੋਸ਼ ਲੱਗੇ ਹੁੰਦੇ ਆ ਉਹ ਸਾਰੇ ਫਿਰ ਧੋਤੇ ਜਾਂਦੇ। ਜਦੋਂ ਆਪਾਂ ਬਾਰ-ਬਾਰ ਗੱਲ ਫਿਰ ਉੱਥੇ ਆਉਂਦੀ ਆ ਜਿਹੜੀ ਗੱਲ ਸ਼ੁਰੂ 'ਚ ਹੀ ਕੀਤੀ ਸੀ, ਪੋਲ ਇਹਨਾਂ ਦੀ ਖੁੱਲ੍ਹਣੀ ਆ ਜੀ,
2002 ਤੋਂ 2007 ਤੱਕ ਜਦੋਂ ਕੈਪਟਨ ਦੀ ਸਰਕਾਰ ਸੀ ਤੇ ਉਹਨੇ ਕਿਹਾ ਵੀ ਇਹ ਬਾਦਲਾਂ ਨੇ ਪਿਛਲੀ ਸਰਕਾਰ 'ਚ ਬੜੇ ਘਪਲੇ ਕੀਤੇ ਸੀ ਤੇ ਉਹਨਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀ, ਅਦਾਲਤਾਂ ਵਿੱਚ ਕੇਸ ਸੀਗੇ, ਗਵਾਹੀਆਂ ਹੋਈਆਂ ਸੀ ਸਾਰਾ ਕੁਝ। ਪਰ 2007 'ਚ ਜਦੋਂ ਉਹ ਸੱਤਾ 'ਚ ਆ ਗਏ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਆਉਂਦਿਆਂ ਜਿਹੜੀ ਪਹਿਲੀ ਮੀਟਿੰਗ ਸੀ ਕੈਬਨਿਟ ਦੀ ਉਹ 'ਚ ਇਹੋ ਹੀ ਕੀਤਾ ਵੀ ਉਹ ਵਿਜੀਲੈਂਸ ਦਾ ਜਿਹੜਾ ਕਮਿਸ਼ਨ ਬਣਾਇਆ ਉਹ ਭੰਗ ਕੀਤਾ। ਫਿਰ ਜਿਹੜੇ ਉਹਨਾਂ ਦੇ ਵਿਰੁੱਧ ਕੇਸ ਚੱਲਦੇ ਸੀ ਬਾਦਲ ਪਰਿਵਾਰ ਤੇ ਉਹ ਖਤਮ ਕੀਤੇ। ਉਹ ਜਾਣੀ ਕਿ ਖਤਮ ਕੀ ਜਿਹੜੇ ਅਗਵਾਹ ਸੀਗੇ ਸਰਕਾਰੀ ਉਹ ਫਿਰ ਉਹੀ ਮੁੱਕਰ ਗਏ। ਜਿਹੜੇ ਪਹਿਲਾਂ ਸੀਗੇ ਜਿਨ੍ਹਾਂ ਨੇ ਅਫਸਰਾਂ ਨੇ ਕਿਹਾ ਸੀ ਉਹ ਗਵਾਹੀਆਂ ਦਿੱਤੀਆਂ ਸੀ ਉਹ ਇੱਕ ਇੱਕ ਕਰਕੇ ਮੁੱਕਰ ਗਏ। ਜਦੋਂ ਗਵਾਹ ਸਬੂਤ ਨਹੀਂ ਰਹੇ ਤੇ ਉਹ ਬਰੀ ਹੋ ਗਏ। ਜਾਣੀ ਕਿ ਜਿਹੜੇ ਭ੍ਰਿਸ਼ਟਾਚਾਰ ਦੇ ਏਡੇ ਕਰੋੜਾਂ ਦੇ ਲੱਗੇ ਸੀ ਦੋਸ਼, ਜਿਹੜੇ ਅਦਾਲਤ ਵਿੱਚ ਕੇਸ ਵੀ ਚੱਲਦਾ ਸੀ, ਉਹ ਸਾਰਾ ਕੁਝ ਖਤਮ ਹੋ ਗਿਆ। ਸੱਤਾ ਨੂੰ ਉਹਨਾਂ ਨੇ ਆਪਣੇ ਦੇ ਲਈ ਵਰਤਿਆ। ਇਦਾਂ ਹੀ ਕਾਂਗਰਸ ਨੇ ਉਦੋਂ ਜਿਹੜੇ ਆਪਣੇ ਬੰਦਿਆਂ ਨੂੰ ਬਚਾਉਣ ਲਈ, ਜਗਦੀਸ਼ ਟਾਈਟਲਰ ਤੇ ਹੋਰ ਬੰਦਿਆਂ ਨੂੰ ਬਚਾਉਣ ਦੇ ਲਈ ਆਪਣੀ ਤਾਕਤ ਨੂੰ ਉਹਨਾਂ ਨੇ ਵਰਤਿਆ, CBI ਨੂੰ ਵਰਤਿਆ ਤੇ ਜਿਨ੍ਹਾਂ ਨੇ ਕਲੀਨ ਚਿੱਟ ਦਿੱਤੀ। ਕਲੀਨ ਚਿੱਟ ਤਾਂ ਇਹਨਾਂ ਦੀ ਜੇਬ 'ਚ ਆ, ਜਦੋਂ ਮਰਜ਼ੀ ਜਿਹਨੂੰ ਮਰਜ਼ੀ ਦੇ ਦੇਣ ਜਿਹੜੀ ਸਰਕਾਰ ਆਉਂਦੀ। ਚਾਹੇ ਆਪਾਂ ਕਾਂਗਰਸ ਦੀ ਦੇਖ ਲਈਏ, ਬਿਲਕੁਲ ਹਾਂਜੀ, ਸੈਂਟਰ ਸਕੈਮ ਜਿਹੜਾ ਆ ਕਿੰਨੇ ਚਿਰ ਤੋਂ ਮਾਮਲਾ ਲੰਕਦਾ ਆ ਰਿਹਾ ਸੀਗਾ ਤੇ ਜਦੋਂ ਸਰਕਾਰ ਕੈਪਟਨ ਸਾਹਿਬ ਦੀ ਬਣੀ ਤਾਂ ਉਦੋਂ ਦੇਖ ਲਓ ਉਹਨਾਂ ਨੂੰ ਸਾਰਾ ਕੁਝ ਉਹ ਹੁਣ ਇਹ ਬਰੀ ਹੋਣ ਜਾ ਰਿਹਾ ਜੀ। ਸੋ ਬੜੀ ਤਰਾਸਦੀ ਵਾਲੀ ਗੱਲ ਹੈ ਕਿ ਜਦੋਂ ਸਰਕਾਰਾਂ ਸੱਤਾ ਤੋਂ ਬਾਹਰ ਹੁੰਦੀਆਂ ਨੇ ਉਦੋਂ ਕੁਝ ਵਿਚਾਰ ਜਿਹੜੇ ਆ ਉਹ ਹੋਰ ਹੁੰਦੇ ਆ ਕਿ ਸਾਨੂੰ ਸੱਤਾ ਦੇ ਵਿੱਚ ਲਿਆਓ ਕਿਸੇ ਤਰੀਕੇ ਨਾਲ ਤੇ ਅਸੀਂ ਜਿਹੜਾ ਆ ਇਹਨਾਂ ਨੂੰ ਢਾਵਾਂਗੇ, ਜਿਹੜੇ ਘਪਲੇ ਇਹਨਾਂ ਨੇ ਕੀਤੇ ਆ ਉਹਨਾਂ ਨੂੰ ਉਜਾਗਰ ਕਰਾਂਗੇ। ਪਰ ਕਿਤੇ ਨਾ ਕਿਤੇ ਆ ਆਪਣੇ ਘਪਲੇ ਲੁਕਾਉਣ ਦੇ ਲਈ ਦੂਜਿਆਂ ਦੇ ਘਪਲਿਆਂ ਨੂੰ ਵੀ ਫਿਰ ਲੁਕਾਉਣਾ ਪੈਂਦਾ ਹੈ। ਸੋ CBI ਦੀ ਜੇਕਰ ਜਾਂਚ ਕਰੀਏ, ਕੇਂਦਰੀ ਜਾਂਚ ਏਜੰਸੀ ਜਿਹੜੀ ਹੈ, ਜੇਕਰ ਇਹਦੇ ਉੱਤੇ ਹੀ ਪ੍ਰੈਸ਼ਰ ਲੱਗਦਾ ਹੈ ਕਿ ਇਹ ਜਿਹੜੀ ਜਾਂਚ ਹੈ ਸਹੀ ਤਰੀਕੇ ਨਾਲ ਨਹੀਂ ਕਰਦੀ, ਸਰਕਾਰ ਦੀ ਆੜ ਦੇ ਵਿੱਚ ਰਹਿ ਕੇ ਇਹ ਕੰਮ ਕਰਦੀ ਹੈ, ਤਾਂ ਫਿਰ ਕਿਹੜੀ ਏਜੰਸੀ ਕੋਈ ਰਹਿ ਗਈ? ਬਿਲਕੁਲ, ਹੁਣ 2 ਕੇਸ ਇਹਦੇ ਵਿੱਚੋਂ ਵੀ ਜਿਹੜੇ ਹੈਗੇ ਆ, 2 ਕੇਸ ਇਹ CBI ਕਰ ਰਹੀ ਜਾਂਚ। ਜਾਣੀ ਕਿ ਹਜੇ ਤੱਕ ਦੇਖੋ 1984 ਦਾ ਇਹ ਘਟਨਾ ਵਾਪਰੀ ਹੋਈ ਆ ਤੇ 33 ਸਾਲਾਂ ਤੱਕ ਕਿਸੇ ਵੀ ਨਤੀਜੇ ਤੇ CBI ਜਿਹੜੀ ਆ ਉਹ ਨਹੀਂ ਪਹੁੰਚੀ। ਜਾਣੀ ਕਿ ਇਹ ਬਹੁਤ ਵੱਡੀ ਤਰਾਸਦੀ ਹੈਗੀ ਆ। ਔਰ ਬੇਕਸੂਰ ਲੋਕਾਂ ਨੂੰ ਤੁਸੀਂ ਬਿਨਾਂ ਕਿਸੇ ਗੱਲ ਤੋਂ ਮਾਰ ਦਿਓ ਤੇ ਤੁਹਾਡੀ FIR ਤੱਕ ਨਾ ਦਰਜ ਹੋਵੇ, ਇਦੋਂ ਵੱਡੀ ਸ਼ਰਮਨਾਕ ਗੱਲ ਦੇਸ਼ ਲਈ ਕੀ ਹੋ ਸਕਦੀ ਆ? ਤੇ ਅਦਾਲਤਾਂ ਦੇ ਕਾਰਗੁਜ਼ਾਰੀ ਤੇ ਵੱਡਾ ਪ੍ਰਸ਼ਨ ਚਿੰਨ੍ਹ ਲੱਗਦਾ ਕਿ ਤੁਸੀਂ ਕਈ ਮਾਮਲਿਆਂ ਦੇ ਵਿੱਚ ਤਾਂ ਫਟਾਫਟ ਫੈਸਲੇ ਹੋ ਜਾਂਦੇ ਆ ਵੀ ਫਲਾਣੇ ਨੂੰ ਫਾਂਸੀ ਦੇ ਦਿਓ, ਅਫਜ਼ਲ ਗੁਰੂ ਨੂੰ ਫਾਂਸੀ ਦੇ ਦਿਓ, ਬੜੀ ਛੇਤੀ ਫੈਸਲਾ ਹੋ ਜਾਣਗੇ। ਤੇ ਇਹ ਸਿੱਖਾਂ ਬਾਰੇ ਕਿਉਂ ਨਹੀਂ ਹੋਇਆ? ਇਹ ਗੱਲ ਤਾਂ ਜਾਣੀ ਕਿ ਆਉਂਦੀ ਆ, ਉਹਨੂੰ ਕਿੱਦਾਂ ਜਾਣੀ ਕਿ ਇਹ ਵਰਤਦੇ ਆ ਜਾਣੀ ਕਿ ਸਰਕਾਰਾਂ ਆਪਣੇ ਢੰਗ ਨਾਲ। ਇਹ ਇੱਕ ਵੱਡਾ ਜਾਣੀ ਕਿ ਸਵਾਲ ਹੈਗਾ ਜੀ, ਬਾਕੀ ਵੱਡਾ ਸਵਾਲ ਬਣਿਆ ਹੋਇਆ। ਪਰ ਜਿਹੜੀ ਹੁਣ ਇਹ 3 ਮੈਂਬਰੀ ਜਿਹੜੀ ਕਮੇਟੀ ਗਠਿਤ ਕੀਤੀ ਗਈ ਆ ਜਾਂ SIT ਜਿਹੜੀ ਬਣਾਈ ਆ, ਉਹਦੇ ਵਿੱਚ ਆਸ ਕਰਦੇ ਆ, ਕਿਉਂਕਿ ਆਸ ਦੇ ਉੱਪਰ ਹੀ ਜਿਹੜੇ ਆ 33 ਸਾਲ ਲੰਘ ਚੁੱਕੇ ਆ ਕਿ ਹੁਣ ਜਿਹੜਾ ਆ ਇਨਸਾਫ ਮਿਲਦਾ ਆ, ਹੁਣ ਮਿਲਦਾ ਆ, ਤਾਂ ਹੁਣ ਇੱਕ ਵਾਰੀ ਫਿਰ ਆਸ ਜਗੀ ਹੈ ਕਿ ਸ਼ਾਇਦ ਹੁਣ ਇਨਸਾਫ ਮਿਲ ਜਾਵੇਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਵੇਗਾ। ਮਨਦੀਪ ਜੀ, ਇਹ 'ਚ ਮੈਂ ਇਹ ਗੱਲ ਕਰਨੀ ਚਾਹੁੰਦਾ, ਜਿਹੜੇ ਲੋਕ ਇਹ ਗੱਲ ਕਹਿੰਦੇ ਆ ਜਾਂ ਇਹ ਗੱਲ ਮਨਾਂ 'ਚ ਬਿਠਾਉਣਾ ਚਾਹੁੰਦੇ ਆ ਵੀ 84 ਨੂੰ ਭੁੱਲ ਜਾਣਾ ਚਾਹੀਦਾ, ਮੈਂ ਕਹਿੰਦਾ ਉਹ ਇਹ ਗੱਲ ਭੁੱਲ ਜਾਣ ਵੀ ਇਹ ਭੁੱਲੀ ਨਹੀਂ ਜਾ ਸਕਦੀ। ਗੱਲ ਭੁੱਲੀ ਤਾਂ ਵਾਕਈ ਨਹੀਂ ਜਾ ਸਕਦੀ। ਹਾਂ, ਇਹ ਕਦੇ ਨਹੀਂ ਭੁੱਲੀ ਜਾ ਸਕਦੀ। ਇਹ ਜਿਹੜਾ ਮੱਥੇ ਤੇ ਸਰਕਾਰਾਂ ਦੇ ਕਲੰਕ ਲੱਗਾ, ਇਹ ਨਹੀਂ ਧੋਤਾ ਜਾਣਾ ਜੀ। ਬਿਲਕੁਲ ਭੁੱਲੀ ਜਾਣੀ ਵੀ ਨਹੀਂ ਚਾਹੀਦੀ, ਕਿਉਂਕਿ ਇਹ ਜ਼ਖਮ ਜਿਹੜੇ ਆ ਉਹ ਜ਼ਖਮ ਆ ਜਿਹੜੇ ਕਦੀ ਵੀ ਫਿੱਕੇ ਨਹੀਂ ਹੋ ਸਕਦੇ। ਦਾਗ ਇਹਨਾਂ ਦਾ ਜ਼ਰੂਰ ਰਵੇਗਾ ਹੀ ਰਵੇਗਾ ਆਉਂਦੀਆਂ ਪੀੜ੍ਹੀਆਂ ਤੱਕ, ਜਦੋਂ ਤੱਕ ਤੁਸੀਂ ਇਨਸਾਫ ਨਹੀਂ ਦਿਵਾਉਂਦੇ। ਤੁਸੀਂ ਆਪਣੇ ਮਨਦੀਪ ਜੀ ਜਿਹੜੀ ਗੱਲ ਹੈ ਉਹਦੇ ਵਿੱਚ ਹੋਰ ਮੈਂ ਥੋੜੀ ਜਿਹੀ ਐਡ ਕਰਾਂ ਵੀ ਜਿਹੜਾ ਹੁਣ ਵੱਡਾ ਮਸਲਾ ਇੱਕ ਉੱਭਰ ਕੇ ਸਾਹਮਣੇ ਕਿ ਵਿਦੇਸ਼ਾਂ ਦੇ ਗੁਰਦੁਆਰਿਆਂ 'ਚ ਜਿਹੜੀ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਜਾਣ ਤੋਂ ਜਾਂ ਉਹਨਾਂ ਨੂੰ ਬੋਲਣ ਤੋਂ ਜਾਣੀ ਕਿ ਰੋਕਿਆ ਜਾ ਰਿਹਾ, ਜਾਣੀ ਕਿ ਜਾਣ ਤੋਂ ਨਹੀਂ, ਜਿਹੜਾ ਪ੍ਰਚਾਰ ਜਾਣ ਤੋਂ ਹੀ ਕੀਤਾ ਜਾ ਰਿਹਾ ਵੀ ਉਹਨਾਂ ਨੂੰ ਜਾਣ ਤੋਂ ਰੋਕਿਆ ਜਾ ਰਿਹਾ, ਉਹਨਾਂ ਦੇ ਉੱਥੇ ਸਟੇਜ ਤੋਂ ਬੋਲਣ ਤੋਂ ਰੋਕਿਆ ਜਾ ਰਿਹਾ ਜੀ। ਉਹਦੇ ਵਿੱਚ ਵੀ ਜਿਹੜੀ ਗੱਲ ਉਹਨੇ ਉਠਾਈ ਹੈ ਉਹ 84 ਦੇ ਦੰਗਿਆਂ ਦੀ ਉਠਾਈ ਹੈ ਬਈ ਸਾਨੂੰ ਇਨਸਾਫ ਨਹੀਂ ਮਿਲਿਆ ਹੈਗਾ ਜੀ। ਇਹ ਵੀ ਇੱਕ ਵੱਡਾ ਮੁੱਦਾ ਕਿ ਇਹ ਦੇ ਜਾਣੀ ਕਿ ਕੇਂਦਰ ਸਰਕਾਰ ਦੇ ਲਈ ਇੱਕ ਵੱਡਾ ਸਵਾਲ ਖੜਾ ਕਰਦਾ ਕਿ ਵਿਦੇਸ਼ਾਂ ਦੇ ਵਿੱਚ ਤੁਹਾਡੇ ਇਸ ਕਰਕੇ ਤੁਹਾਡੇ ਲੀਡਰਾਂ ਨੂੰ ਜਾਣੀ ਕਿ ਓਵੈਸੀ ਦੇ ਬੰਦਿਆਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਕਿਉਂਕਿ 84 ਦਾ ਤੁਸੀਂ ਇਨਸਾਫ ਨਹੀਂ ਦਿੱਤਾ। ਇਹ ਗੱਲਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਮੀਡੀਆ ਦੇ ਵਿੱਚ ਛਾਈਆਂ ਹੋਈਆਂ ਕਿ ਉਹ ਫੈਸਲਾ ਕੀਤਾ ਗਿਆ। ਹੁਣ ਉੱਥੇ ਦੇ ਮੀਡੀਆ ਵੀ ਇਸ ਗੱਲ ਨੂੰ ਚੱਕ ਰਿਹਾ ਕਿ ਭਾਰਤੀ ਦੂਤਾਵਾਸ ਦੇ ਆਪਣੇ ਹੀ ਦੇ ਜਿਹੜੇ ਦੇਸ਼ ਦੇ ਲੋਕ ਆ ਉਹਨਾਂ ਨੂੰ ਬੋਲਣ ਤੋਂ ਰੋਕ ਰਿਹਾ। ਕਾਰਨ ਜਿਹੜੀ ਸਭ ਤੋਂ ਪਹਿਲੀ ਉਹਨਾਂ ਦੀ ਮੰਗ ਦੇ ਵਿੱਚ ਗੱਲ ਆ ਉਹ 1984 ਦੇ ਸਾਕਾ ਨੀਲਾ ਤਾਰਾ ਤੇ ਜਿਹੜਾ ਹੈਗਾ ਆਪਣੇ ਦੰਗਿਆਂ ਦੀ ਆਪਣੇ ਸਿੱਖ ਨਸਲਕੁਸ਼ੀ ਦੀ ਗੱਲ ਆ ਉਹਨਾਂ ਨੇ ਮੁੱਖ ਰੱਖੀ ਹੋਈ ਜੀ। ਬਿਲਕੁਲ
ਅਧਿਕਾਰੀਆਂ ਦੀ ਜਿਹੜੀ ਬੋਲਚਾਲ ਦੇ ਉੱਪਰ ਰੋਕ ਜਿਹੜੀ ਲੱਗੀ ਹੈ, ਇਹ ਵੀ ਕਿਤੇ ਨਾ ਕਿਤੇ ਮਸਲਾ ਜਿਹੜਾ ਆ ਇੰਟਰਨੈਸ਼ਨਲ ਲੈਵਲ ਦੇ ਉੱਪਰ ਜਾ ਚੁੱਕਾ ਆ। ਪਰ ਜਿਹੜਾ ਸਟੇਟ ਲੈਵਲ ਦਾ ਮੁੱਦਾ ਹੈ, ਜਿੱਥੋਂ ਦਾ ਇਹ ਮੁੱਦਾ ਆ, ਉੱਥੇ ਲੋਕੀ ਕਹਿੰਦੇ ਨੇ ਕਿ ਇਹਨੂੰ ਭੁੱਲ ਜਾਓ। ਸੋ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਈਏ। ਨੌਲੀ ਸਾਹਿਬ, ਤੁਹਾਡਾ ਦਿਲੋਂ ਧੰਨਵਾਦ, ਤੁਸੀਂ ਪ੍ਰੋਗਰਾਮ 'ਚ ਆਏ। ਟੀਵੀ ਪੰਜਾਬ ਨੂੰ ਤੁਸੀਂ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ। ਕੱਲ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਪੰਜਾਬ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।